ਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਮੁਅੱਜ਼ਿਜ਼ ਹਾਜ਼ਰੀ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਭਾਈ ਅਮਰਦੀਪ ਸਿੰਘ ਹੁਣਾਂ ਨੇ ਵੀ, ਵੀਰ ਜੀ ਬਖਸ਼ੀਸ਼ ਸਿੰਘ ਹੁਣਾਂ ਨੇ ਵੀ, ਦੋਹਾਂ ਨੇ ਆਪਣੇ ਵਿਖਿਆਨਾਂ ਦੀ ਸ਼ੁਰੂਆਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਜਾਂ ਫਿਰ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਉੱਪਰ ਜਾਂ ਉਸ ਨੇ ਆਪਣੇ ਗਾਣੇ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਦਿਆਂ ਨੂੰ ਛੂਹਣ ਦਾ ਯਤਨ ਕੀਤਾ ਹੈ ਉਹਦੇ ਉੱਪਰ ਸੈਮੀਨਾਰ ਦੀ ਲੋੜ ਹੈ। ਦਰਅਸਲ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਮੁੱਦੇ ਉਸ ਦੇ ਗੀਤ ਦੇ ਵਿੱਚ ਨੇ, ਉਹ ਚਾਹੇ ਪਿਛੋਕੜ ਦੀ ਗੱਲ ਹੈ, ਸਾਡੇ ਲਾਣੇ ਦੀ ਗੱਲ ਹੈ, ਸੋਵਰਨਿਟੀ ਦੀ ਗੱਲ ਹੈ, SYL ਦੀ ਗੱਲ ਹੈ, ਅੱਤ ਤੇ ਅੱਤਵਾਦੀ ਸ਼ਬਦ ਦੀ ਗੱਲ ਹੈ, ਇਹਦੇ ਤੋਂ ਇਲਾਵਾ SYL ਨੂੰ ਕਿਵੇਂ ਰੋਕਿਆ ਗਿਆ, ਇਹ ਸਾਰੇ ਮੁੱਦੇ ਜਿਹੜੇ ਨੇ ਉਸ ਗੀਤ ਦੇ ਵਿੱਚ ਉਸਨੇ ਛੋਹੇ ਨੇ। ਤੇ ਇਹ ਨਹੀਂ ਹੈ ਕਿ ਬੇਵਕਤ ਉਸ ਦਾ ਵਿਛੋੜਾ ਹੋ ਗਿਆ ਤੇ ਤਾਂ ਇਸ ਮੁੱਦੇ ਨੂੰ ਲਿਆ ਜਾ ਰਿਹਾ। ਮੈਂ ਤੇ ਸੋਚਦਾ ਕਿ ਨੌਜਵਾਨੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹਨਾਂ ਮੁੱਦਿਆਂ ਦਾ ਪੁਨਰ ਉਥਾਨ ਹੋਇਆ, ਜੇਕਰ ਉਹ ਵੀਰ ਸਰੀਰਕ ਤੌਰ ਤੇ ਜਿਉਂਦਾ ਵੀ ਹੁੰਦਾ ਤਾਂ ਵੀ ਇਹ ਮੁੱਦੇ ਜਿਹੜੇ ਨੇ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਹੋਏ ਸੀ। ਇਹਨਾਂ ਦੇ ਉੱਪਰ ਫਿਰ ਵੀ ਚਿੰਤਨ ਹੋਣਾ ਚਾਹੀਦਾ ਸੀ। ਹੁਣ ਕਿਉਂ, ਇਹਦਾ ਸਵਾਲ ਇੱਕ ਬਹੁਤ ਜ਼ਰੂਰੀ ਹੈ। ਜੇਕਰ ਅੱਜ ਇਹੀ ਸੈਮੀਨਾਰ ਕੇਵਲ ਤੇ ਕੇਵਲ SYL ਦੇ ਮੁੱਦੇ ਦੇ ਉੱਪਰ ਰੱਖਿਆ ਜਾਂਦਾ, ਤੁਹਾਡੇ 'ਚ ਕੋਈ ਵੀ ਨਾ ਹੋ। ਉਹਦਾ ਕਾਰਨ ਹੈ ਕਿ ਤੁਸੀਂ ਇਹਨਾਂ ਅਦਾਕਾਰ ਤੇ ਕਲਾਕਾਰ ਤੇ ਗਾਇਕ ਨੌਜਵਾਨਾਂ ਨੂੰ ਬਹੁਤ ਸੁਣਿਆ ਔਰ ਬਾਰ-ਬਾਰ ਜਿਹੜੀ ਕਿਸੇ ਗੱਲ ਦੀ ਰੈਪੀਟੇਸ਼ਨ ਹੁੰਦੀ ਹੈ, ਉਹ ਉਸ ਦਾ ਜਦੋਂ ਮਨੁੱਖ ਬਾਰ-ਬਾਰ ਚਿੰਤਨ ਕਰਦਾ ਹੈ ਤੇ ਉਹਦੇ ਪਿਛੋਕੜ ਨੂੰ ਜਾਣਨ ਦਾ ਯਤਨ ਬਹੁਤ ਜ਼ਰੂਰ ਕਰਦਾ। ਹੁਣ ਜਦੋਂ ਅਸੀਂ ਪਿਛੋਕੜ ਦੀ ਗੱਲ ਕਰਦੇ ਹਾਂ, ਉਹ ਆਰੰਭ ਹੀ ਇੱਥੋਂ ਕਰਦਾ ਕਿ ਸਾਡਾ ਪਿਛੋਕੜ, ਤੇ ਸਾਡੇ ਪਿਛੋਕੜ ਦੇ ਵਿੱਚ ਸਾਡਾ ਮਾਣਿਆ ਹੋਇਆ ਸਟੇਟਹੁੱਡ ਪਿਆ, ਸਾਡੀ ਰਾਜ ਸੱਤਾ ਪਈ ਹੈ। ਤੇ ਇਹ ਗੱਲ ਕੇਵਲ ਸ਼ੁਭਦੀਪ ਸਿੰਘ ਨੇ ਨਹੀਂ ਕੀਤੀ। ਤੁਸੀਂ ਪਿਛੋਕੜ ਵੱਲ ਸੋਚਣ ਲਈ ਮਜਬੂਰ ਹੋਏ ਹੋ ਕਿਉਂਕਿ ਤੁਸੀਂ ਗਾਣੇ 'ਚ ਸੁਣਿਆ। ਪਰ ਜੇ ਇਹੀ ਗੱਲ ਮੈਂ ਤੁਹਾਨੂੰ ਕਹਿੰਦਾ ਕਿ ਅਸੀਂ ਰਤਨ ਸਿੰਘ ਭੰਗੂ ਦੀ ਕਿਸੇ ਪੰਥਕ ਪ੍ਰਕਾਸ਼ 'ਚ ਲਿਖੀ ਹੋਈ ਲਾਈਨ ਕਿ ਤੁਹਾਡਾ ਪਿਛੋਕੜ ਕੀ ਹੈ, ਮੈਂ ਉਹਦੇ ਉੱਪਰ ਸੈਮੀਨਾਰ ਕਰਨਾ ਚਾਹੁੰਦਾ, ਤੁਸੀਂ ਕਦੀ ਨਾ। ਇਹ ਸੈਮੀਨਾਰ ਪਰਸਨਲ ਵਿਅਕਤੀਗਤ ਤੌਰ ਤੇ ਸਿੱਧੂ ਮੂਸੇਵਾਲਾ ਕੀ ਸੀ ਉਹਦੇ ਉੱਪਰ ਤਾਂ ਹੈ ਹੀ ਨਹੀਂ। ਅਸੀਂ ਬਕਾਇਦਾ ਪੋਸਟਰ ਦੇ ਵਿੱਚ ਲਿਖਿਆ ਸੀ ਕਿ ਉਹਦੇ ਗਾਏ ਗੀਤ ਦਾ ਜੋ ਪੰਜਾਬ ਦੀ ਨੌਜਵਾਨੀ ਦੇ ਉੱਪਰ ਪ੍ਰਭਾਵ ਪਿਆ ਹੈ, ਇਹ ਗੱਲ ਸੀ। ਹੁਣ ਜਿਹੜੀ ਪਿਛੋਕੜ ਦੀ ਗੱਲ ਹੈ, ਇਹ ਸਭ ਤੋਂ ਪਹਿਲਾਂ ਤਾਂ ਰਤਨ ਸਿੰਘ ਭੰਗੂ ਨੂੰ ਅੰਗਰੇਜ਼ ਕੈਪਟਨ ਮਰੇ ਪੁੱਛਦਾ, ਕਹਿੰਦਾ ਤੁਸੀਂ ਪੰਜਾਬ ਦੇ ਉੱਪਰ ਰਾਜ ਦੀ ਦਾਅਵੇਦਾਰੀ ਦੀ ਗੱਲ ਕਰਦੇ ਹੋ, ਤੁਹਾਡੇ ਕੋਲ ਆਧਾਰ ਕੀ ਹੈ? ਕੀ ਤੁਹਾਡੇ ਕੋਲ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਾਜ ਹੈ? ਰਣਜੀਤ ਸਿੰਘ ਦਾ ਪਿਓ ਰਾਜਾ ਸੀ, ਉਹਦਾ ਦਾਦਾ ਰਾਜਾ ਸੀ? ਕਹਿੰਦਾ ਨਹੀਂ। ਕਹਿੰਦਾ ਫਿਰ ਤੁਸੀਂ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਰਾਜ ਸੱਤਾ ਦੇ ਉੱਪਰ ਅਧਿਕਾਰ ਦੀ ਗੱਲ ਕਰਦੇ ਹੋ? ਉਹ ਕਹਿੰਦਾ ਕਿ ਰਣਜੀਤ ਸਿੰਘ ਨੂੰ ਤੂੰ ਛੱਡ ਦੇ, ਅਸੀਂ ਤਾਂ ਰਾਜ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ। ਕਹਿੰਦਾ ਉਹ ਕਿਵੇਂ? ਕਹਿੰਦਾ ਗੁਰੂ ਨਾਨਕ ਰਾਜਾ ਸੀ। ਕਹਿੰਦਾ ਦੇਸ਼ ਬੂਤ, ਕਹਿੰਦਾ ਪੜ੍ਹ ਬਾਣੀ, ਭੱਟ ਸਾਹਿਬਾਨ ਕਹਿੰਦੇ ਨੇ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨੇ। ਗੁਰੂ ਨਾਨਕ ਦੇ ਕੋਲ ਰਾਜ ਵੀ ਸੀ, ਗੁਰੂ ਨਾਨਕ ਦੇ ਕੋਲ ਜੋਗ ਵੀ ਸੀ, ਭਗਤੀ ਤੇ ਸ਼ਕਤੀ। ਕਹਿੰਦਾ ਵੇਖੀ ਕਿੱਥੇ? ਕਹਿੰਦਾ ਇਤਿਹਾਸ ਨੂੰ ਪੜ੍ਹ, ਕਈ ਸ਼ਾਹ ਤਿੰਨ ਕੀਨੇ ਪੀਰ, ਕਈ ਫਕੀਰ ਤਿੰਨ ਕੀਨੇ ਮੀਰ। ਕਹਿੰਦਾ ਗੁਰੂ ਨਾਨਕ ਦੇ ਕੋਲ ਤਾਂ ਇੰਨੀ ਸਮਰੱਥਾ ਹੈ ਕਿ ਇੱਕ ਪਲ ਦੇ ਵਿੱਚ ਕਿਸੇ ਮੰਗਤੇ ਨੂੰ ਰਾਜਾ ਬਣਾ ਸਕਦਾ ਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ, ਉਹ ਵੀਰ ਨੂੰ ਪੀਰ ਕਰ ਸਕਦਾ ਹੈ, ਉਹ ਪੀਰ ਨੂੰ ਮੀਰ ਕਰ ਸਕਦਾ ਹੈ। ਸਾਡੀ ਰਾਜ ਸੱਤਾ ਦੇ ਉੱਪਰ ਦਾਅਵੇਦਾਰੀ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸ਼ੁਰੂ ਹੋ ਜਾਂਦੀ। ਸੋ ਪਿਛੋਕੜ ਦੀ ਗੱਲ ਉਦੋਂ ਵੀ ਚੱਲੀ, ਪਿਛੋਕੜ ਦੀ ਗੱਲ ਹੁਣ ਵੀ ਚੱਲੀ ਹੈ। ਪਰ ਹੁਣ ਅਸੀਂ ਗਾਣੇ ਦੀਆਂ ਸਤਰਾਂ ਨਹੀਂ ਬੋਲ ਰਹੇ, ਹੁਣ ਉਸ ਗੀਤ 'ਚ ਵਰਤੇ ਹੋਏ ਇੱਕ ਸ਼ਬਦ ਨੂੰ ਲੈ ਰਹੇ ਹਾਂ
ਔਰ ਹੁਣ ਇਸ ਗੀਤ ਨੂੰ ਸਾਹਮਣੇ ਰੱਖ ਕੇ ਤੁਹਾਡਾ ਨਜ਼ਰੀਆ ਕੀ ਹੈ? ਉਹ ਹੋ ਸਕਦਾ ਹੈ ਸੰਗਤ 'ਚ ਬੈਠਿਆਂ ਦਾ ਸਾਡੇ ਤੋਂ ਵੀ ਵੱਡਾ ਹੋ ਸਕਦਾ ਹੈ। ਤੁਹਾਡੀ ਮਾਨਸਿਕਤਾ ਦੇ ਵਿੱਚ ਇਸ ਤੋਂ ਵੱਡੀ ਵਿਆਖਿਆ ਹੋ ਸਕਦੀ ਹੈ। ਜਿਸ ਤਰ੍ਹਾਂ ਖਲੀਲ ਜਿਬਰਾਨ ਨੇ ਬਹੁਤ ਪਿਆਰੀ ਉਦਾਹਰਨ ਦਿੰਦਾ ਹੈ। ਕਹਿੰਦਾ ਕਿ ਵਿਅਕਤੀ ਤੁਰਿਆ ਜਾ ਰਿਹਾ ਸੀ, ਅੱਖਾਂ ਨੇ ਕਿਹਾ ਰੁਕ, ਸਾਹਮਣੇ ਪਹਾੜ ਹੈ। ਕਹਿੰਦਾ ਉਸੇ ਵੇਲੇ ਕੰਨਾਂ ਨੇ ਕਿਹਾ ਨਹੀਂ, ਅਸੀਂ ਤਾਂ ਪਹਾੜ ਦੀ ਆਵਾਜ਼ ਹੀ ਨਹੀਂ ਸੁਣੀ। ਜਦੋਂ ਕੰਨ ਬੋਲੇ ਤੇ ਨਾਲ ਹੀ ਜ਼ੁਬਾਨ ਨੇ ਕਿਹਾ ਸੱਚਮੁੱਚ ਅੱਖਾਂ ਝੂਠ ਬੋਲ ਰਹੀਆਂ ਨੇ, ਮੈਨੂੰ ਤੇ ਜੇ ਪਹਾੜ ਦਾ ਸਵਾਦ ਹੀ ਨਹੀਂ ਆਇਆ। ਉਹ ਚੁੱਪ ਹੋਈ ਤਾਂ ਨੱਕ ਬੋਲਿਆ, ਕਹਿੰਦਾ ਬਿਲਕੁਲ ਠੀਕ, ਪਹਾੜ ਨਹੀਂ ਹੈ, ਕਿਉਂਕਿ ਮੈਨੂੰ ਕੋਈ ਸੁਗੰਧ ਨਹੀਂ ਆਈ। ਕਿਉਂਕਿ ਕਿਸ ਨੇ ਕਿਸੇ ਵਿਅਕਤੀਤਵ ਨੂੰ ਜਾਂ ਕਿਸੇ ਦੀ ਪੇਸ਼ਕਾਰੀ ਨੂੰ ਕਿਸ ਨਜ਼ਰੀਏ ਤੋਂ ਵੇਖਣਾ ਹੈ ਤੇ ਉਹਨੂੰ ਕਿਵੇਂ ਪ੍ਰਭਾਸ਼ਿਤ ਕਰਨਾ ਹੈ। ਇਹ ਹੋ ਸਕਦਾ ਹੈ ਕਿ ਜੇਕਰ ਜਿਹੜੇ ਮੁੱਦਿਆਂ ਨੂੰ ਸ਼ੁਭਦੀਪ ਸਿੰਘ ਸਿੱਧੂ ਨੇ ਆਪਣੇ ਗੀਤ ਦੇ ਵਿੱਚ ਛੋਇਆ। ਹੁਣ ਮੈਨੂੰ ਇੱਕ ਗੱਲ ਦਾ ਉਦਾਹਰਨ ਦਿਓ। ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਦੇ ਉੱਪਰ ਪਾਤਸ਼ਾਹੀ ਦਾਅਵੇ ਦੀ ਗੱਲ ਕੋਈ ਸਿੱਖ ਨਹੀਂ ਕਰਦਾ, ਪਰ ਸਿੱਖਾਂ ਦੇ ਦਾਅਵੇ ਦੀ ਗੱਲ ਨਾਦਰ ਸ਼ਾਹ ਕਰਦਾ। ਜਦੋਂ ਦਿੱਲੀ ਤੋਂ ਆਉਂਦੇ ਨਾਦਰ ਸ਼ਾਹ ਨੂੰ ਲੁੱਟ ਲਿਆ ਜਾਂਦਾ ਹੈ ਤੇ ਨਾਦਰ ਸ਼ਾਹ ਵਾਪਸੀ ਦੇ ਉੱਪਰ ਲਾਹੌਰ ਤੇ ਫੌਜਦਾਰ ਜ਼ਕਰੀਆ ਖਾਨ ਨੂੰ ਮਿਲਦਾ ਹੈ। ਕਹਿੰਦਾ ਕੌਣ ਲੋਕ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ? ਅਜੇ ਤੱਕ ਉਹ ਸਿੱਖਾਂ ਦੇ ਰੂਬਰੂ ਨਹੀਂ ਸੀ ਹੋਇਆ। ਉਹਨੂੰ ਇੰਝ ਲੱਗਦਾ ਸੀ ਕਿ ਕੋਈ ਲੁਟੇਰੇ ਨੇ ਜੰਗਲ 'ਚ ਪੈ ਕੇ ਲੁੱਟ ਕੇ ਲੈ ਗਏ। ਕੌਣ ਨੇ, ਕੌਮੀਅਤ ਕੀ ਹੈ, ਕਿੱਥੋਂ ਦੇ ਰਹਿਣ ਵਾਲੇ, ਕਿਹੜਾ ਅਕੀਦਾ, ਕਿਹੜਾ ਧਰਮ, ਕਿਹੜਾ ਮਜ਼ਹਬ, ਕੁਛ ਨਹੀਂ ਸੀ ਪਤਾ। ਤੇ ਜ਼ਕਰੀਆ ਖਾਨ ਉਸ ਨੂੰ ਕਹਿੰਦਾ ਸਿੱਖ ਨੇ। ਕਹਿੰਦਾ ਇਹਨਾਂ ਦਾ ਆਗੂ ਕੌਣ ਹੈ? ਕਹਿੰਦਾ ਮੁਰਸ਼ਿਦ ਇਨਕਾ ਵਲੀ ਪਇਓ ਹੈ, ਇਨਕੋ ਆਪੇ ਹਯਾਤ ਦਿਓ। ਕਹਿੰਦਾ ਇਹਨਾਂ ਦਾ ਗੁਰੂ ਕੋਈ ਐਸਾ ਵਲੀ ਪੀਰ ਹੋਇਆ ਹੈ ਜਿਨਨੇ ਇਹਨਾਂ ਨੂੰ ਜ਼ਿੰਦਗੀ ਦਾ ਅੰਮ੍ਰਿਤ ਦੇ ਦਿੱਤਾ ਹੈ। ਅਸੀਂ ਮਾਰਦੇ ਮਾਰਦੇ ਵੀ ਮਰ ਚੱਲੇ ਤੇ ਇਹ ਮਰਦੇ ਮਰਦੇ ਵੀ ਨਹੀਂ ਮਰਦੇ। ਕਹਿੰਦਾ ਫੇਰ, ਕਹਿੰਦਾ ਕਿ ਖਾਂਦੇ ਕੀ ਨੇ? ਕਹਿੰਦਾ ਰੁੱਖਾਂ ਦੇ ਪੱਤੇ ਵੀ ਖਾ ਲੈਂਦੇ ਨੇ। ਕਹਿੰਦਾ ਸੌਂਦੇ ਕਿੱਥੇ ਨੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਵੀ ਸੌਂ ਲੈਂਦੇ ਨੇ। ਫਿਰ ਅਗਲੀ ਗੱਲ ਕਰਦਾ, ਕਹਿੰਦਾ ਆਗੂ ਕੌਣ ਹੈ? ਉਹ ਫਿਰ ਬੜੀ ਪਿਆਰੀ ਗੱਲ ਕਰਦਾ ਹੈ। ਕਹਿੰਦਾ ਕਿ ਜਿਹੜਾ ਇਹਨਾਂ ਦਾ ਆਗੂ ਹੈ ਨਾ, ਉਹ ਹਰ ਸਿੱਖ ਹੀ ਆਗੂ ਦੀ ਭੂਮਿਕਾ ਨਿਭਾਉਂਦਾ ਹੈ। ਹਰ ਸਿੱਖ ਆਗੂ ਦੀ ਭੂਮਿਕਾ ਨਿਭਾਉਂਦਾ ਹੈ। ਤੇ ਜਦੋਂ ਉਹ ਇਹ ਗੱਲ ਸੁਣਦਾ ਹੈ ਨਾ, ਤੇ ਫਿਰ ਨਾਦਰ ਸ਼ਾਹ ਦੇ ਮੂੰਹੋਂ ਇੱਕ ਗੱਲ ਨਿਕਲਦੀ ਹੈ, ਅਜ਼ੀਮ ਕੌਮ ਬੂ ਬਾਦਸ਼ਾਹੀਏ ਆਮਦ। ਫਿਰ ਇਸ ਕੌਮ ਦੇ ਵਿੱਚੋਂ ਪਾਤਸ਼ਾਹੀ ਦਾਅਵੇ ਦੀ ਬੋ ਆਉਂਦੀ ਹੈ, ਇਹ ਰਾਜ ਜ਼ਰੂਰ ਲੈਣਗੇ। ਪਰ ਪਾਤਸ਼ਾਹੀ ਦਾਅਵੇ ਨੂੰ ਤੁਸੀਂ ਕਦੋਂ ਸੋਚਣਾ ਸ਼ੁਰੂ ਕਰਤਾ? ਪਾਤਸ਼ਾਹੀ ਦਾਅਵੇ ਨੂੰ ਅਸੀਂ ਕਦੋਂ ਸੋਚਣਾ ਸ਼ੁਰੂ ਕੀਤਾ? ਜਦੋਂ ਦੀਪ ਸਿੱਧੂ ਨੇ ਬਾਰ-ਬਾਰ ਇੱਕ ਗੱਲ ਨੂੰ ਸਾਡੇ ਸਾਹਮਣੇ ਲਿਆਂਦਾ ਕਿ ਸਾਡਾ ਪਾਤਸ਼ਾਹੀ ਦਾਅਵਾ, ਸਾਡਾ ਪੰਜਾਬ ਦੇ ਉੱਪਰ ਹੱਕ ਹੈ, ਅਸੀਂ ਉਹ ਦਾਅਵਾ ਰੱਖਦੇ ਹਾਂ। ਜਦੋਂ ਬਾਰ-ਬਾਰ ਉਸ ਗੱਲ ਦੀ ਰੈਪੀਟੇਸ਼ਨ ਹੋਈ, ਹੁਣ ਸਾਡਾ ਹਰ ਨੌਜਵਾਨ ਫੇਸਬੁੱਕ ਦੇ ਉੱਪਰ ਦੀਪ ਸਿੱਧੂ ਦੀ ਫੋਟੋ ਪਈ ਹੋਵੇ, ਥੱਲੇ ਲਿਖਦਾ ਪਾਤਸ਼ਾਹੀ ਦਾਅਵਾ। ਉਹ ਗੱਲ ਬਾਰ-ਬਾਰ ਦੀ ਰੈਪੀਟੇਸ਼ਨ ਦੇ ਵਿੱਚੋਂ ਆਈ। ਹਿਟਲਰ ਦਾ ਇੱਕ ਪ੍ਰੋਪੇਗੈਂਡਾ ਸੈਕਟਰੀ ਹੋਇਆ ਜੋਸਫ ਗੋਬਲਸ। ਜੋਸਫ ਗੋਬਲਸ ਕਹਿੰਦਾ ਹੈ ਕਿ ਇੱਕ ਝੂਠ ਦਾ ਬਾਰ-ਬਾਰ ਦੁਹਰਾਓ ਵੀ ਉਸ ਨੂੰ ਸੱਚ ਕਰ ਦਿੰਦਾ ਹੈ। ਇੱਕ ਝੂਠ ਦਾ ਬਾਰ-ਬਾਰ ਦੁਹਰਾਓ ਉਸ ਨੂੰ ਸੱਚ ਕਰ ਦਿੰਦਾ ਹੈ। ਕਹਿੰਦਾ ਉਹਦਾ ਜਿਹੜਾ ਰਿਐਕਸ਼ਨ ਹੁੰਦਾ ਨਾ, ਉਹ ਘਟਦਾ ਨਜ਼ਰ ਆਉਂਦਾ। ਮੈਨੂੰ ਯਾਦ ਹੈ ਕਿ 1992 ਦੇ ਵਿੱਚ ਜਦੋਂ RSS ਦਾ ਮੁਖੀ ਰੱਜੂ ਭਈਆ ਸੀ, ਉਸਨੇ ਕਿਹਾ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਸਾਰੀਆਂ ਜਥੇਬੰਦੀਆਂ 'ਚ ਇੱਕ ਵਾਰੀ ਅੱਗ ਲੱਗ ਗਈ, ਤੁਹਾਨੂੰ ਪਤਾ ਹੈ। ਅਸੀਂ ਹਿੰਦੂ ਧਰਮ ਦਾ ਹਿੱਸਾ ਨਹੀਂ ਹੈਗੇ ਜੀ। ਬਾਹਰ ਸੈਮੀਨਾਰ ਕਰਾਏ ਗਏ, ਪੰਜਾਬ ਦੇ ਵਿੱਚ ਆਉਣਾ ਸੀ, ਉਹਦੇ ਖਿਲਾਫ ਮੁਜ਼ਾਹਰੇ ਕੀਤੇ ਗਏ, ਬੜਾ ਕੁਛ ਹੋਇਆ। ਉਹਦੇ ਤੋਂ ਬਾਅਦ ਦੂਜਾ ਮੁਖੀ ਆਉਂਦਾ ਹੈ, ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹੈ, ਥੋੜਾ ਜਿਹਾ ਰਿਐਕਸ਼ਨ ਘਟ ਜਾਂਦਾ ਹੈ। ਉਸ ਤੋਂ ਬਾਅਦ ਤੀਜਾ ਮੁਖੀ ਇਹੀ ਗੱਲ ਕਰਦਾ ਹੈ। ਫਿਰ ਆਮ ਉਹਨਾਂ ਦੀਆਂ ਸ਼ਿਖਾਵਾਂ 'ਚ ਇਹੀ ਗੱਲ ਕੀਤੀ ਜਾਂਦੀ ਹੈ। ਅਸੀਂ ਹੌਲੀ ਹੌਲੀ ਰਿਐਕਸ਼ਨ ਘੱਟ ਕਰ ਦਿੱਤਾ, ਹੁਣ ਕੋਈ ਕਵੇ ਵੀ ਤੇ ਅਸੀਂ ਬੋਲਦੇ ਹੀ। ਉਹਦਾ ਕਾਰਨ ਕੀ ਕਿ ਬਾਰ-ਬਾਰ ਦੀ ਜਿਹੜੀ ਰੈਪੀਟੇਸ਼ਨ ਸੀ, ਉਸ ਨੇ ਉਸ ਰਿਐਕਸ਼ਨ ਨੂੰ ਖਤਮ ਕੀਤਾ। ਪਰ ਇਹਦਾ ਇੱਕ ਸਾਰਥਕ ਅਸਰ ਕੀ ਗਿਆ ਵੀ ਹਰ ਨੌਜਵਾਨ ਨੇ ਇਹ ਮੰਨ ਲਿਆ ਕਿ ਇਹ ਬੋਲਿਆ ਜਾ ਰਿਹਾ ਝੂਠ ਹੈ, ਦਰਅਸਲ ਅਸੀਂ ਇੱਕ ਵੱਖਰੀ ਕੌਮ। ਉਹਦੇ ਪ੍ਰਤੀਕਰਮ ਦੇ ਵਿੱਚੋਂ ਇਹ ਗੱਲ ਨਿਕਲੀ। ਹੁਣ ਜਦੋਂ ਸਿੱਧੂ ਮੂਸੇਵਾਲਾ ਆਪਣੀ ਗਾਣੇ ਦੀ ਆਖਰੀ ਲਾਈਨ 'ਚ ਕਹਿੰਦਾ ਨਿੱਤ ਨਵਾਂ ਹੁਣ ਗਾਣਾ ਆਊ, ਨਿੱਤ ਆਉਣ ਦਾ ਮਤਲਬ ਕੀ ਹੈ? ਰੈਪੀਟੇਸ਼ਨ। ਤੇ ਰੈਪੀਟੇਸ਼ਨ ਹੈ ਕਿਸ ਚੀਜ਼ ਦੀ ਹੈ? ਪੰਜਾਬ ਦੇ ਹੱਕਾਂ ਦੀ, ਪੰਜਾਬ 'ਚ ਵਾਪਰੇ ਵਰਤਾਰਿਆਂ ਦੀ, ਪੰਜਾਬ ਦੀ ਖੁਦਮੁਖਤਿਆਰੀ ਦੀ, ਫੈਡਰਲ ਸਟਰਕਚਰ ਦੀ ਗੱਲ ਹੈ, ਵੱਧ ਅਧਿਕਾਰਾਂ ਦੀ ਗੱਲ ਹੈ। ਸੋ ਪਹਿਲੀ ਗੱਲ ਤਾਂ ਸਾਨੂੰ ਕੇਵਲ ਤੇ ਕੇਵਲ
ਇਹ ਵੇਖਣਾ ਚਾਹੀਦਾ ਹੈ ਕਿ ਜਿਹੜੇ ਮੁੱਦੇ ਉਠਾਏ ਗਏ ਨੇ ਸਾਡਾ ਸੰਬੰਧ ਉਹਨਾਂ ਮੁੱਦਿਆਂ ਦੇ ਨਾਲ ਵਿਅਕਤੀਗਤ ਤੌਰ ਤੇ ਕਿਸੇ ਦੀ ਕੀ ਸ਼ਖਸੀਅਤ ਹੈ, ਨਿੱਜੀ ਜ਼ਿੰਦਗੀ ਦੇ ਉੱਪਰ ਵਿਚਾਰ ਚਰਚਾ ਸਾਡੇ ਸੈਮੀਨਾਰ ਦਾ ਹਿੱਸਾ ਹੋਣੀ। ਅਸੀਂ ਤਾਂ ਕੇਵਲ ਤੇ ਕੇਵਲ ਇਹ ਵੇਖਣੀ ਹੈ ਕਿ ਜਿਹੜੇ ਮੁੱਦੇ ਉਸ ਵੱਲੋਂ ਉਭਾਰੇ ਗਏ ਉਹਦਾ ਪੰਜਾਬ ਦੀ ਨੌਜਵਾਨੀ ਦੇ ਉੱਪਰ ਇੰਨਾ ਵੱਡਾ ਪ੍ਰਭਾਵ ਕਿਉਂ ਪਿਆ, ਸਿਰਫ ਇਹ ਵੇਖਣਾ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਮੁੱਦਿਆਂ ਦੇ ਉੱਪਰ ਬਹੁਤ ਸਾਰੇ ਸੈਮੀਨਾਰ ਹੋਏ, ਬਹੁਤ ਸਾਰੇ ਸੈਮੀਨਾਰ ਹੋਏ। SYL ਦੇ ਨਾਲ ਸੰਬੰਧਿਤ ਕਈ ਸੈਮੀਨਾਰਾਂ ਦੇ ਵਿੱਚ ਮੈਂ ਸ਼ਿਰਕਤ ਕਰ ਚੁੱਕਿਆ, ਜਾ ਕੇ ਵੇਖ ਚੁੱਕਿਆ। ਵੱਧ ਤੋਂ ਵੱਧ ਉਹੀ 5-10 ਨੌਜਵਾਨ ਹੁੰਦੇ ਨੇ ਜਿਹੜੇ ਬਾਰ-ਬਾਰ ਹੁੰਦੇ ਨੇ। ਇਸ ਵਾਰੀ ਸਾਰੇ ਨੌਜਵਾਨ ਨਵੇਂ ਨੇ, ਜਿਹੜੇ ਪੰਥਕ ਜਥੇਬੰਦੀਆਂ ਦੇ ਵਿੱਚ ਪਹਿਲਾਂ ਨਹੀਂ ਵਿਚਰੇ ਕਿਤੇ, ਜਿਹੜੇ ਚਿਹਰੇ ਅਸੀਂ ਨਹੀਂ ਵੇਖੇ। ਉਹਦਾ ਕਾਰਨ ਕੀ ਸੀ ਕਿ ਜਦੋਂ ਉਹਨਾਂ ਦੇ ਹਾਣ ਦੀ ਗੱਲ ਹੋਈ, ਹੁਣ SYL ਦੀ ਗੱਲ ਜਦੋਂ ਸੈਮੀਨਾਰਾਂ ਦੇ ਵਿੱਚ ਹੁੰਦੀ ਸੀ, ਜੇ ਮੈਂ ਉਸ ਪੱਧਰ ਦੀ ਹੁਣੇ ਸ਼ੁਰੂ ਕਰਦਾ ਤੁਸੀਂ ਉੱਠ ਕੇ ਚਲੇ ਜਾਣਾ, ਪਰ ਤੁਸੀਂ ਸਿੱਧੂ ਮੂਸੇਵਾਲੇ ਦੀ ਵੀ ਸੁਣਿਆ, ਤੁਸੀਂ ਮੈਨੂੰ ਨਹੀਂ ਸੁਣੋਗੇ, ਤੁਸੀਂ ਉਹਨੂੰ ਸੁਣਿਆ। ਕਾਰਨ ਕੀ ਸੀ? ਕਿਉਂਕਿ ਉਹ ਤੁਹਾਡੀ ਮਾਨਸਿਕਤਾ ਦੇ ਹਾਣ ਦੀ ਗੱਲ ਹੋ ਰਹੀ ਸੀ। ਜਦੋਂ ਅਸੀਂ SYL ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦਾ ਜਿਹੜਾ ਪਾਣੀ ਸੀ ਨਾ, ਉਹ ਮਿਲੀਅਨ ਏਕੜ ਫੁੱਟ ਦੇ ਹਿਸਾਬ ਦੇ ਨਾਲ ਅੰਕੜੇ ਦੱਸਦੇ, ਉਹਨਾਂ ਦੇ ਵਿੱਚ ਕਿਸੇ ਦੀ ਦਿਲਚਸਪੀ ਨਹੀਂ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪੰਜਾਬ ਦੇ ਦੋ ਨੌਜਵਾਨਾਂ ਨੇ ਜੇ ਨੌਜਵਾਨੀ ਦੀ ਮਾਨਸਿਕਤਾ ਨੂੰ ਟੁੰਬਿਆ ਤਾਂ ਉਹਦਾ ਕਾਰਨ ਇਹ ਹੈ ਕਿ ਜਿਹੜੇ ਮੁੱਦੇ ਉਹਨਾਂ ਨੇ ਆਪਣੇ ਬੋਲਾਂ ਦੇ ਵਿੱਚ, ਆਪਣੀਆਂ ਲਿਖਤਾਂ ਦੇ ਵਿੱਚ ਉਭਾਰੇ, ਉਹ ਸਾਡੇ ਸਾਰਿਆਂ ਦੇ ਮੁੱਦੇ ਸੀ। ਪਹਿਲੀ ਗੱਲ ਤਾਂ ਇਹ ਮੰਨਣੀ ਪਵੇਗੀ ਕਿ ਇੱਥੇ ਕਿਸੇ ਸ਼ਖਸੀਅਤ ਦੀ ਗੱਲ ਨਹੀਂ ਹੈ। ਜਿਹੜੀ ਗੱਲ ਵੀਰ ਜੀ ਅਮਰਦੀਪ ਹੁਣੀ ਕਹਿ ਕੇ ਗਏ ਨੇ ਕਿ ਨਿੱਜੀ ਜ਼ਿੰਦਗੀ 'ਚ ਹੋ ਸਕਦਾ ਦੀਪ 'ਚ ਬਹੁਤ ਕਮਜ਼ੋਰੀਆਂ ਹੋਣ, ਪਰ ਸਾਡੇ ਸਾਹਮਣੇ ਉਹਦੀਆਂ ਦੋ ਗੱਲਾਂ ਸੀ ਕਿ ਉਹ 3 ਕਾਲੇ ਕਾਨੂੰਨਾਂ ਤੋਂ ਉੱਪਰ ਜਾ ਕੇ ਪੰਜਾਬ ਦੀ ਹੋਂਦ ਦੀ ਗੱਲ ਕਰਦਾ ਸੀ। ਤੇ ਸਾਡੇ ਸਾਹਮਣੇ ਹੁਣ ਗੱਲ ਹੈ ਕਿ ਸਿੱਧੂ ਮੂਸੇਵਾਲੇ ਨੇ ਉਸ ਨੇ ਪੰਜਾਬ ਦੀ ਸੋਵਰਨਟੀ ਦੀ, ਆਜ਼ਾਦ ਸੱਤਾ ਨੂੰ ਲੈ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ। ਸਾਡਾ ਜਿਹੜਾ ਮੁੱਦਾ ਇੱਥੇ ਕੇਂਦਰਿਤ ਹੋਣਾ ਚਾਹੀਦਾ। ਵਿਅਕਤੀਗਤ ਤੌਰ ਤੇ ਹਰ ਮਨੁੱਖ ਦੇ ਜੀਵਨ 'ਚ ਘਾਟਾਂ ਹੁੰਦੀਆਂ ਨੇ, ਪਰ ਦੂਜਾ ਜਿਹੜਾ ਸਵਾਲ ਸਭ ਤੋਂ ਜਿਹੜਾ ਵੱਡਾ ਪੈਦਾ ਹੁੰਦਾ ਹੈ, ਜਿਹਦਾ ਬਾਰ-ਬਾਰ ਸੋਸ਼ਲ ਮੀਡੀਆ ਦੇ ਉੱਪਰ ਦੁਹਰਾਓ ਵੀ ਹੁੰਦਾ ਹੈ ਕਿ ਨੌਜਵਾਨੀ ਜਿਹੜੀ ਹੈ, ਇਹਨਾਂ ਨੂੰ ਦੋ ਅਦਾਕਾਰਾਂ ਨੇ ਪ੍ਰਭਾਵਿਤ ਕੀਤਾ ਹੈ। ਸਿੱਖ ਵਿਦਵਾਨ ਤੇ ਸਿੱਖ ਲੀਡਰਸ਼ਿਪ ਪ੍ਰਭਾਵਿਤ ਕਿਉਂ ਨਹੀਂ ਕਰ ਸਕੀ? ਇਹ ਸਭ ਤੋਂ ਵੱਡਾ ਸਵਾਲ ਹੈ ਕਿ ਨੌਜਵਾਨੀ ਨੇ ਇਹਨਾਂ ਦੇ ਪ੍ਰਭਾਵ ਨੂੰ ਕਿਉਂ ਇੰਨਾ ਕਬੂਲਿਆ ਹੈ। ਉਹਦੇ ਵਿੱਚ ਸਾਨੂੰ ਆਪਣੀ ਨਾਕਾਮੀ ਜਿਹੜੀ ਆ ਗੁਰੂ ਦੀ ਹਜ਼ੂਰੀ ਸਵੀਕਾਰ ਕਰਨੀ ਪਵੇਗੀ, ਸਾਨੂੰ ਸਵੀਕਾਰ ਕਰਨੀ ਪਵੇਗੀ, ਕਿਉਂਕਿ ਬਾਰ-ਬਾਰ ਅਸੀਂ ਪੰਥਕ ਮੁੱਦਿਆਂ ਨੂੰ ਉਭਾਰਿਆ ਤੇ ਬਾਰ-ਬਾਰ ਅਸੀਂ ਪਿਛਾਂਹ ਹਟੇ। ਜਿਹੜੀ ਪੰਜਾਬ ਦੀ ਬਹੁਤਾਤ ਪੰਥਕ ਲੀਡਰਸ਼ਿਪ ਤੇ ਆਗੂ ਸ਼੍ਰੇਣੀ ਹੈ, ਉਹਦੇ ਤੋਂ ਮੋਹ ਭੰਗ ਹੋ ਚੁੱਕਾ ਸੀ ਤੇ ਨੌਜਵਾਨਾਂ ਨੇ ਇਹ ਵੇਖਿਆ ਕਿ ਨਹੀਂ, ਬੇਸ਼ੱਕ ਅਜੇ ਸਿੱਖੀ ਸਰੂਪ 'ਚ ਪੂਰੇ ਤੇ ਨਹੀਂ ਹੈਗੇ, ਪਰ ਕਮ ਸੇ ਕਮ ਜਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਉਹ ਤਾਂ ਸਾਡੇ ਭਵਿੱਖ ਦੇ ਮਸਲੇ ਨੇ। ਇਹ ਸਭ ਤੋਂ ਅਹਿਮ ਗੱਲ ਸੀ ਕਿ ਕਿਤੇ ਨਾ ਕਿਤੇ ਇੱਕ ਖਾਸ ਸਾਡੀ ਲੀਡਰਸ਼ਿਪ ਤੋਂ ਨੌਜਵਾਨੀ ਦਾ ਮੋਹ ਭੰਗ ਜ਼ਰੂਰ ਹੋ ਗਿਆ ਕਿ ਹਰ ਥਾਂ ਦੇ ਉੱਪਰ ਜਾ ਕੇ ਉਹੀ ਗੱਲਾਂ, ਉਹੀ ਮੁੱਦੇ, ਤੇ ਬਾਅਦ ਦੇ ਵਿੱਚ ਨੌਜਵਾਨਾਂ ਨੇ ਇੱਕ ਖਾਸ ਉਤੇਜਿਤ ਅਵਸਥਾ 'ਚ ਲਿਜਾ ਕੇ ਬਾਅਦ ਦੇ ਵਿੱਚ ਸਰਕਾਰ ਦੇ ਨਾਲ ਜਾ ਕੇ ਬਹਿ ਕੇ ਚਾਹ ਦੇ ਕੱਪ ਪੀ ਲੈਣੇ। ਜਿਹੜੀ ਨੌਜਵਾਨੀ ਹੈ ਉਹ ਬਾਰ-ਬਾਰ ਇਸ ਦੁਹਰਾਅ 'ਚੋਂ ਲੰਘ ਚੁੱਕੀ, ਜਿੱਥੇ ਸਾਨੂੰ ਪੰਥਕ ਖੇਤਰ 'ਚ ਵਿਚਰਨ ਵਾਲੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਕਬੂਲਣੀ ਪਵੇਗੀ। ਉਹਦੇ ਤੋਂ ਅਗਲੀ ਗੱਲ, ਜੇ ਮੈਂ ਉਹਦੇ ਗਾਣੇ ਨੂੰ ਪਿੱਛੇ ਸ਼ੁਰੂ ਕਰਾਂ ਤੇ ਜਦੋਂ ਕਹਿੰਦਾ ਕਿ ਬਾਰ-ਬਾਰ ਹੁਣ ਰੈਪੀਟੇਸ਼ਨ ਹੋਊਗੀ, ਬਾਰ-ਬਾਰ ਇਸ ਗੱਲ ਦਾ ਦੁਹਰਾਓ ਹੋਊਗਾ, ਉਹ ਜਿਹੜਾ ਦੁਹਰਾਓ ਹੈ ਉਹ ਹੀ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਕਰਦਾ ਹੈ, ਜਿਹੜਾ ਬਾਰ-ਬਾਰ ਦਾ ਦੁਹਰਾਅ ਹੈ। ਉਸ ਤੋਂ ਬਾਅਦ ਜਦੋਂ ਉਹ ਅਗਲੀ ਗੱਲ ਕਰਦਾ ਹੈ, ਉਸ ਗੱਲ ਦੇ ਉੱਪਰ ਵੀ ਸਾਨੂੰ ਕਿਤੇ ਨਾ ਕਿਤੇ ਧਿਆਨ ਦੇਣ ਦੀ ਜ਼ਰੂਰ ਲੋੜ ਹੈ, ਜਿਹਦੇ ਵਿੱਚ SYL ਦੀ ਗੱਲ ਆਉਂਦੀ ਹੈ ਤੇ ਫਿਰ ਆਉਂਦੀ ਹੈ ਬਲਵਿੰਦਰ ਸਿੰਘ ਜਟਾਣਾ ਦੀ ਗੱਲ। ਮੈਨੂੰ ਪਤਾ ਹੈ ਕਿ ਜਿੱਦਣ ਜਟਾਣਾ ਸਾਹਿਬ ਦੀ ਗੱਲ ਆਈ ਨਾ, ਤਾਂ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਕਿ ਹੁਣ ਸਿੱਖ ਸੰਘਰਸ਼ ਦੇ ਜਾਣਨ ਵਾਲੇ ਲੋਕ ਇਹਨਾਂ ਘੋਨੇ-ਮੋਨੇ ਗਾਇਕਾਂ ਦੇ ਕੋਲ ਸਿੱਖਣਗੇ ਜਾਂ ਸਿੱਖਾਂ ਨੇ ਇਹਦੇ ਬਾਰੇ ਕਿਉਂ ਨਹੀਂ ਲਿਖਿਆ। ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਭ ਤੋਂ ਪਹਿਲਾਂ 2004 ਦੇ ਵਿੱਚ ਭਾਈ ਬਲਜੀਤ ਸਿੰਘ ਖਾਲਸਾ ਨੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਉੱਪਰ ਇੱਕ ਲੰਬਾ ਚੌੜਾ ਲੇਖ ਲਿਖਿਆ। ਕਿੰਨੇ ਲੋਕਾਂ ਨੇ ਪੜ੍ਹਿਆ? ਉਹਨਾਂ ਨੇ ਕਿਤਾਬ ਲਿਖੀ ਪੰਜਾਬ ਦੀ ਧਰਤੀ ਦੇ ਉੱਪਰ ਹਿੰਦੁਸਤਾਨੀ ਅੱਤਵਾਦ 2004 ਦਸੰਬਰ ਦੇ ਵਿੱਚ ਪਬਲਿਸ਼ ਹੋਈ। ਜਟਾਣਾ ਪਰਿਵਾਰ ਦੀਆਂ, ਉਹਨਾਂ ਦੀ ਦਾਦੀ ਦਵਾਰਕੀ ਜੀ ਤੋਂ ਲੈ ਕੇ ਸਾਰੇ ਜਿਹੜੇ ਪਰਿਵਾਰ ਦੇ ਲੋਕ ਕੂਲੇ ਵੱਲੋਂ ਮਾਰ ਦਿੱਤੇ ਗਏ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਸੀ।
ਪਰਿਵਾਰ ਦੇ ਮੈਂਬਰਾਂ ਦੀ ਇੰਟਰਵਿਊ ਸੀ ਔਰ ਸਾਰੇ ਹਾਲਾਤ ਸੀ। ਕਿੰਨੀ ਪੜੀ 1000 ਵੇਗੀ ਹੋਵੇਗੀ, 2000 ਵੱਧ ਤੋਂ ਵੱਧ 4000 ਜਾਂ 10000। 2007 ਦੇ ਵਿੱਚ ਮੈਂ ਪੂਲੇ ਦੇ ਉੱਪਰ ਇੱਕ ਵਿਸ਼ੇਸ਼ ਅੰਕ ਕੱਢਿਆ। ਉਹਦੇ 'ਚ ਜਟਾਣਾ ਸਾਹਿਬ ਦੇ ਸਾਰੇ ਪਰਿਵਾਰ ਦਾ ਜ਼ਿਕਰ ਸੀ ਕਿ ਕਿਸ ਤਰ੍ਹਾਂ ਦੇ ਨਾਲ ਸਮੇਤ ਸੈਣੀ ਦੇ ਉੱਪਰ ਹਮਲਾ ਹੁੰਦਾ ਹੈ, ਸਮੇਤ ਸੈਣੀ PGI 'ਚ ਦਾਖਲ ਹੁੰਦਾ ਹੈ, ਅਜੀਤ ਪੂਲਾ ਨਿਹੰਗ ਉਸ ਦਾ ਪਤਾ ਲੈਣ ਵਾਸਤੇ ਜਾਂਦਾ ਹੈ। ਉਸ ਵੇਲੇ ਜ਼ਖਮੀ ਹਾਲਤ ਵਿੱਚ ਸਮੇਤ ਸੈਣੀ ਉਹਨੂੰ ਕਹਿੰਦਾ ਹੈ ਕਿ ਮੇਰੇ ਉੱਪਰ ਹਮਲਾ ਕਰਨ ਵਾਲਾ ਵਿਅਕਤੀ ਜਿਹੜਾ ਬੱਬਰ ਖਾਲਸਾ ਦਾ ਬਲਵਿੰਦਰ ਸਿੰਘ ਜਟਾਣਾ ਹੈ, ਤੇ ਤੂੰ ਜਾ ਕੇ ਉਹਦੇ ਤੋਂ ਮੇਰੇ ਉੱਪਰ ਹੋਏ ਬੰਬ ਕਾਂਡ ਦਾ ਬਦਲਾ ਲੈ। ਪੂਲਾ ਉਸ ਰਾਤ ਪਹਿਲਾਂ 2 ਜਟਾਣੇ ਪਿੰਡ ਨੇ, ਪਹਿਲਾਂ ਕਿਸੇ ਹੋਰ ਜਟਾਣੇ ਪਿੰਡ ਚਲਾ ਜਾਂਦਾ ਹੈ, ਉੱਥੋਂ ਫਿਰ ਆਪਣੀ ਸਾਰੀ ਨਾਲ ਬਕਾਇਦਾ ਪੁਲਿਸ ਦੀ ਗਾਰਡ ਔਰ ਜਿਹੜੇ ਅਸੀਂ ਉਸ ਸਮੇਂ ਸਾਰੇ ਡਾਟੇ ਇਕੱਠੇ ਕੀਤੇ ਸੀ, ਮੇਰੇ ਕੋਲ ਅਜੇ ਤੱਕ ਵੀ ਉਹ ਸਾਰਾ ਕੋਰਟ ਦਾ ਰਿਕਾਰਡ ਪਿਆ ਹੈ ਵੀ ਕਿੰਨੇ ਹਥਿਆਰ ਜਨਰਲ ਪਰਪਸ ਮਸ਼ੀਨ ਗਨ ਤੋਂ ਲੈ ਕੇ AK-47 ਤੱਕ ਕਿੰਨੇ ਹਥਿਆਰ ਜਿਹੜੇ ਪੂਲੇ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਸੀ ਇਵੇਂ ਦੇ ਕਤਲੇਆਮ ਦੇ ਵਾਸਤੇ, ਜਿਨ੍ਹਾਂ ਵਿੱਚ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦਾ ਕਤਲੇਆਮ ਵੀ ਸੀ। ਹੁਣ ਤੁਸੀਂ ਵੇਖੋ ਉਹ ਇਸ ਪਰਿਵਾਰ ਦਾ ਆ ਕੇ ਕਤਲੇਆਮ ਕਰਦਾ ਹੈ, ਉਹਦੇ ਤੋਂ ਬਾਅਦ ਉਹ ਬੇਖੌਫ ਘੁੰਮਦਾ ਹੈ। ਉਸ ਤੋਂ ਬਾਅਦ ਵੀ ਮੇਰੇ ਖਿਆਲ ਦੇ ਨਾਲ 32 ਕਤਲ ਉਹਦੇ ਬਾਅਦ ਚ ਵੀ ਹੈਗੇ ਜਿਹੜੇ ਮੈਂ ਸਾਰੇ ਆਪਣੀ ਕਿਤਾਬ 'ਚ ਜ਼ਿਕਰ ਕੀਤਾ। ਕਿੰਨੇ ਜਣਿਆਂ ਨੇ ਉਹ ਕਿਤਾਬ ਪੜ੍ਹੀ? ਵੀਰ ਜੀ ਨੇ ਇੱਕ ਹੱਥ ਖੜਾ ਹੋਇਆ। ਹੁਣ ਗੱਲ ਸੀ ਕਿ ਉਹ ਕਿਤਾਬ ਹੁਣ ਤੱਕ ਸਾਰੀ 8,000 ਕਾਪੀਆਂ ਉਹਦੀਆਂ ਛਪੀਆਂ, 8 ਵਾਰੀ ਛਪੀ, 1000 ਕਰਕੇ। ਹੁਣ ਲੋਕਾਂ ਨੂੰ ਇੰਝ ਲੱਗਦਾ ਕਿ ਯਾਰ ਜੀਤ ਪੂਲੇ ਵਾਲਾ ਮੁੱਦਾ ਪੁਰਾਣਾ ਹੋ ਗਿਆ, ਹੁਣ ਇਸ ਕਿਤਾਬ ਨੂੰ ਪੜ੍ਹ ਕੇ ਕੀ ਲੈਣਾ ਹੈ। ਪਰ ਜਿਹੜੀ ਗੱਲ ਤੇ ਮੈਂ ਆਉਣ ਲੱਗਾ ਕਿ ਮੂਸੇਵਾਲਾ ਜਦੋਂ ਗੱਲ ਕਰਦਾ SYL ਦੀ ਤੇ ਉਹਦੇ ਨਾਲ ਜੋੜਦਾ ਜਟਾਣੇ ਨੂੰ, ਪਹਿਲੀ ਗੱਲ ਤੇ ਇਹ ਗੱਲ ਅਸੀਂ ਥੋੜੀ ਜਿਹੀ ਪਿਛੋਕੜ 'ਚ ਸਮਝਣ ਦਾ ਯਤਨ ਕਰੀਏ ਔਰ ਸਮਝਣਾ ਵੀ ਬਹੁਤ ਜ਼ਰੂਰੀ ਪੈਣਾ ਹੈ। ਸਾਡੇ ਪੰਜਾਬ ਦੇ ਪਾਣੀਆਂ ਦੇ ਉੱਪਰ ਪਹਿਲਾ ਡਾਕਾ ਤਾਂ 1927 ਦੇ ਵਿੱਚ ਹੀ ਵੱਜ ਗਿਆ ਸੀ, ਜਦੋਂ ਬੀਕਾਨੇਰ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਸੀ। ਪਰ ਉਹਦੇ ਵਿੱਚ ਇੱਕ ਗੱਲ ਸੀ ਕਿ ਜਿਹੜਾ ਉਹ ਪਾਣੀ ਦਿੱਤਾ ਸੀ ਉਹਦੇ ਵਿੱਚ 4 ਆਨਾ ਪ੍ਰਤੀ ਏਕੜ ਪੰਜਾਬ ਨੂੰ ਰੈਵਨਿਊ ਦਿੱਤਾ ਜਾਂਦਾ ਸੀ, ਕਿਉਂਕਿ ਅੰਗਰੇਜ਼ਾਂ ਨੇ ਉਹ ਕੰਮ ਕੀਤਾ ਸੀ, ਕਾਨੂੰਨ ਦੇ ਅਧੀਨ ਕੀਤਾ ਸੀ। ਉਸ ਤੋਂ ਬਾਅਦ 1947 ਦੇ ਵਿੱਚ ਸਤਲੁਜ ਦੇ ਵਿੱਚ ਸਾਡੇ ਕੋਲ 18 ਮਿਲੀਅਨ ਲੱਖ ਏਕੜ ਪਾਣੀ ਸੀ, MF 18 MAF, ਤੇ ਉਹਦੇ ਵਿੱਚੋਂ 13.5 ਰਾਜਸਥਾਨ ਨੂੰ ਦੇ ਦਿੱਤਾ, ਸਾਡੇ ਕੋਲ ਰਹਿ ਗਿਆ 4.5 1947 ਦੇ ਵਿੱਚ। 47 ਤੋਂ ਬਾਅਦ ਪਾਣੀਆਂ ਦੀ ਜਿਹੜੀ ਅਗਲੀ ਵੰਡ ਹੈ ਉਹਦੇ ਵਿੱਚ ਉਦੋਂ ਪੰਜਾਬ ਤੇ ਹਰਿਆਣਾ ਇਕੱਠੇ ਨੇ। 1955 ਦੇ ਵਿੱਚ ਜਿਹੜੀ ਵੰਡ ਹੁੰਦੀ ਹੈ ਉਹਦੇ ਵਿੱਚ ਜਿਹੜਾ ਪੰਜਾਬ ਤੇ ਹਰਿਆਣਾ ਇਹਨਾਂ ਕੋਲ ਵਿੱਚ ਹਿਮਾਚਲ ਪਾ ਕੇ ਕੇਵਲ 72 LAF ਪਾਣੀ ਰਹਿ ਜਾਂਦਾ, ਰਾਜਸਥਾਨ ਨੂੰ 80 LAF ਦਿੱਤਾ ਜਾਂਦਾ ਤੇ 6.5 ਜੰਮੂ ਕਸ਼ਮੀਰ ਨੂੰ ਦੇ ਦਿੱਤਾ ਜਾਂਦਾ। ਉਹਦੇ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਲੱਗਦਾ ਤੇ 66 ਤੱਕ, ਜਦੋਂ ਤੱਕ ਪੰਜਾਬੀ ਸੂਬਾ ਹੋਣ ਦੇ ਵਿੱਚ ਨਹੀਂ ਆਉਂਦਾ। ਅੱਜ ਜਿਸ ਦਿਨ ਅੱਜ ਅਸੀਂ ਗੁਰੂ ਦੀ ਗੋਦ 'ਚ ਬੈਠੇ ਹਾਂ, ਇਹ ਉਹ ਦਿਨ ਹੈ ਜਿਸ ਦਿਨ ਦਰਬਾਰ ਸਾਹਿਬ ਦੇ ਉੱਪਰ ਇੱਕ ਪੁਲਿਸ ਅਫਸਰ ਤਰਵਾੜੀ ਦੀ ਅਗਵਾਈ ਦੇ ਵਿੱਚ ਹਮਲਾ ਕੀਤਾ ਗਿਆ ਸੀ ਪੰਜਾਬੀ ਸੂਬੇ ਮੋਰਚੇ ਦੇ ਦੌਰਾਨ, ਸਿੰਘ ਜ਼ਖਮੀ ਹੋਏ। ਔਰ ਪੰਜਾਬੀ ਸੂਬੇ ਦੇ ਮੋਰਚੇ ਨੂੰ ਜੇਕਰ ਅਸੀਂ ਵੇਖੀਏ ਤਾਂ ਪੰਜਾਬ ਕੇਵਲ ਤੇ ਕੇਵਲ ਇਸ ਦੇਸ਼ ਦੀ ਉਹ ਪਹਿਲੀ ਸਟੇਟ ਹੈ ਜਿਹਨੂੰ ਬੋਲੀ ਤੇ ਆਧਾਰਿਤ ਆਪਣਾ ਖਿੱਤਾ ਲੈਣ ਦੇ ਵਾਸਤੇ ਵੀ ਸੰਘਰਸ਼ ਕਰਨਾ ਪੈ ਰਿਹਾ। ਜਦੋਂ ਕਿ ਤਾਮਿਲਨਾਡੂ ਲੈਣ ਲੱਗਿਆ ਤਾਮਿਲਾਂ ਨੇ ਕੋਈ ਸੰਘਰਸ਼ ਨਹੀਂ ਕੀਤਾ, ਮਹਾਰਾਸ਼ਟਰ ਲੈਣ ਲੱਗਿਆ ਮਰਾਠਿਆਂ ਨੇ ਕੋਈ ਸੰਘਰਸ਼ ਨਹੀਂ ਕੀਤਾ। ਇੱਕ ਪੰਜਾਬ ਹੈ ਜਿਹਨੂੰ ਆਪਣਾ ਖੇਤੀ ਆਧਾਰਿਤ ਖਿੱਤਾ ਤੇ ਬੋਲੀ ਆਧਾਰਿਤ ਖਿੱਤਾ ਲੈਣ ਦੇ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ, ਉਹ ਵੀ ਅਜੇ ਸਾਨੂੰ ਪੰਜਾਬੀ ਬੋਲਦੇ ਪੂਰੇ ਇਲਾਕੇ ਮਿਲੇ ਨਹੀਂ। ਖੈਰ ਉਹਦੇ ਕੁਝ ਫਾਇਦੇ ਵੀ ਹੋਏ, ਕੁਝ ਨੁਕਸਾਨ ਵੀ ਹੋਏ। ਇੱਕ ਖਾਸ ਰਾਜਨੀਤਿਕ ਧਿਰ ਅਕਾਲੀ ਦਲ ਵਿੱਚੋਂ ਆਪਣਾ ਫਾਇਦਾ ਸੋਚਦਾ ਸੀ ਕਿ ਅਸੀਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਹਮੇਸ਼ਾ ਬਿਰਾਜਮਾਨ ਰਹਿ ਸਕਦੇ ਹਾਂ। ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਰਾਜਨੀਤੀ 'ਚ ਉਹ ਅੱਜ ਹਾਸ਼ੀਏ ਤੇ ਨੇ, ਇਹ ਉਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਗਲਤੀਆਂ ਤੇ ਗੁਨਾਹਾਂ ਦਾ ਖਮਿਆਜ਼ਾ ਹੀ ਭੁਗਤ ਰਹੇ ਨੇ। ਪਰ ਖੈਰ ਅਸੀਂ ਉਹ ਗੱਲ ਕਰੀਏ। ਉਹਦੇ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਕੋਰੀ ਰਾਹ ਕਰ ਦਿੱਤੀ ਇਸ ਗੱਲ ਦੀ। ਮਾਸਟਰ ਤਾਰਾ ਸਿੰਘ ਨੇ ਜਦੋਂ ਇਹ ਗੱਲ ਕਹੀ ਨਾ ਕਿ ਪੰਡਤ ਜੀ ਯਾਦ ਕਰੋ, ਤੁਸੀਂ ਇਹ ਗੱਲ ਕਹੀ ਸੀ ਕਿ ਆਜ਼ਾਦੀ ਦੇ ਵਿੱਚ ਸਿੱਖਾਂ ਦੀ ਇੰਨੀ ਵੱਡੀ ਭੂਮਿਕਾ ਹੈ ਕਿ ਉਸ ਭੂਮਿਕਾ ਦੇ ਬਦਲੇ ਇਹਨਾਂ ਨੂੰ ਇੱਕ ਇਵੇਂ ਦਾ ਇਲਾਕਾ ਦਿੱਤਾ ਜਾਵੇਗਾ ਜਿੱਥੇ ਇਹ ਆਜ਼ਾਦੀ ਦਾ ਨਿੱਘ ਤੇ ਆਭਾ ਮਾਣ ਸਕਣ। ਉਸ ਤੋਂ ਬਾਅਦ ਸਟੇਟ ਕਾਂਗਰਸ ਦਾ ਬਿਆਨ ਸੀ ਕਿ ਸਿੱਖਾਂ ਨੂੰ ਇਵੇਂ ਦਾ ਖਿੱਤਾ ਰਾਖਵੇਂ ਤੌਰ ਤੇ ਦਿੱਤਾ ਜਾਵੇ ਜਿਹਦੇ 'ਚ ਉਹ ਵੀ ਆਜ਼ਾਦੀ ਦਾ ਆਨੰਦ ਲੈ ਸਕਣ। ਤੇ ਜਦੋਂ ਮਾਸਟਰ ਤਾਰਾ ਸਿੰਘ ਨੇ ਇਹ ਸਾਰੀਆਂ ਗੱਲਾਂ ਜਵਾਹਰ ਲਾਲ ਨਹਿਰੂ ਨੂੰ ਚੇਤੇ ਕਰਾਈਆਂ ਤੇ ਜਵਾਹਰ ਲਾਲ ਨਹਿਰੂ ਦਾ ਜਵਾਬ ਪਤਾ ਕੀ ਸੀ? ਮਾਸਟਰ ਜੀ, ਉਹ ਜ਼ਮਾਨੇ ਔਰ ਥੇ, ਜੇ ਜ਼ਮਾਨੇ ਔਰ।
ਉਦੋਂ ਅਸੀਂ ਗੁਲਾਮ ਸੀ, ਉਦੋਂ ਤਾਂ ਅਸੀਂ ਹਰ ਤਰ੍ਹਾਂ ਦਾ ਨਾਰਾ ਲਾ ਸਕਦੇ ਸੀ। ਹੁਣ ਅਸੀਂ ਰਾਜਨੀਤਿਕ ਸੱਤਾ ਦੇ ਉੱਪਰ ਕਾਬਜ਼ ਹੈ। ਹੁਣ ਤੁਹਾਨੂੰ ਇਹਨਾਂ ਗੱਲਾਂ ਨੂੰ ਭੁੱਲ ਜਾਣਾ ਚਾਹੀਦਾ। ਪੰਜਾਬੀ ਸੂਬਾ ਮੋਰਚਾ ਜਿੰਨਾ ਚਿਰ ਨਹਿਰੂ ਜਿੰਦਾ ਰਿਹਾ, ਆ ਪਿੱਛੇ ਜੇ ਮੇਰੇ ਖਿਆਲ ਮੈਂ ਭਾਜੀ ਅਜਮੇਰ ਸਿੰਘ ਹੋਣਾ ਦੇ ਇੱਕ ਆਰਟੀਕਲ ਸ਼ਾਇਦ ਪੜ੍ਹ ਰਿਹਾ ਸੀਗਾ ਕਿ ਪ੍ਰੀਤਮ ਸਿੰਘ ਆਈਏਐਸ ਦਾ ਕੋਈ ਆਰਟੀਕਲ ਸੀਗਾ ਜਿਹਦੇ ਵਿੱਚ ਉਹ ਕਹਿੰਦਾ ਕਿ ਸਾਨੂੰ ਜਵਾਹਰ ਲਾਲ ਨਹਿਰੂ ਨੇ ਖੁੱਲੀਆਂ ਹਦਾਇਤਾਂ ਦਿੱਤੀਆਂ ਸੀ, ਐਵੇਂ ਦੀਆਂ ਹਦਾਇਤਾਂ ਜਿਹੜੀਆਂ ਕੇਪੀਐਸ ਗਿੱਲ ਨੂੰ ਬਾਅਦ ਚ ਦਿੱਤੀਆਂ ਗਈਆਂ ਕਿ ਜੋ ਵੀ ਕੁਝ ਹੁੰਦਾ ਹੈ ਕਰ ਲਓ, ਫੜ ਲਓ, ਡੱਕ ਲਓ, ਮਾਰ ਦਿਓ, ਜੇਲ੍ਹਾਂ 'ਚ ਦੇ ਲਓ, ਫੱਟੜ ਕਰ ਦਿਓ, ਜ਼ਖਮੀ ਕਰ ਦਿਓ, ਜੋ ਵੀ ਕਰਨਾ ਹੈ ਕਰ ਦਿਓ, ਬਸ ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ। ਕਹਿੰਦਾ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਦੇ ਆਫਿਸ ਸੀ ਉਹਨਾਂ ਨੂੰ ਇਹ ਹਦਾਇਤਾਂ ਸੀ, ਟੋਟਲੀ ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਹੈ ਕਿ ਜੋ ਵੀ ਕਰਨਾ ਹੈ ਕਰੋ। ਇੰਦਰਾ ਗਾਂਧੀ ਰਾਜ ਸੱਤਾ 'ਚ ਆਉਂਦੀ ਹੈ ਤੇ 1976 ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਉੱਪਰ ਦੂਜਾ ਡਾਕਾ ਵੱਜਦਾ ਹੈ, ਕਿਉਂਕਿ 66 ਦੇ ਵਿੱਚ ਪੰਜਾਬ ਤੇ ਹਰਿਆਣਾ ਵੱਖ ਹੋ ਜਾਂਦੇ ਨੇ ਤੇ ਪੰਜਾਬ ਤੇ ਹਰਿਆਣੇ ਦੇ ਕੋਲ ਜਿਹੜਾ ਟੋਟਲ ਪਾਣੀ ਵੰਡੇ ਆਉਂਦਾ ਹੈ ਉਹ 72 LAF। ਉਸ 72 LAF ਦੇ ਨਾਲ 80 LAF ਫਿਰ ਰਾਜਸਥਾਨ ਨੂੰ ਜਾਂਦਾ ਹੈ ਤੇ 2% 2 LAF ਫਿਰ ਦਿੱਲੀ ਨੂੰ ਦਿੱਤਾ ਜਾਂਦਾ ਹੈ। ਤੇ ਇਹਦੇ ਨਾਲ ਜਦੋਂ ਪੰਜਾਬੀ ਸੂਬਾ ਬਣਦਾ ਹੈ, ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਹੁਣ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚੋਂ ਵੇਖਣੀ ਹੈ। ਮੈਨੂੰ ਭਾਜੀ ਹੁਣਾਂ ਨੇ, ਭਾਜੀ ਜਮੇਰ ਸਿੰਘ ਹੁਣਾਂ ਨੇ ਅੱਜ ਇੱਕ ਆਰਟੀਕਲ ਭੇਜਿਆ ਕਿਸੇ ਦਾ, ਉੱਤੇ ਸੀਗਾ ਕਿ ਇਹ ਕੱਚ ਘਰੜ ਜੀ ਤੇ ਨੀਵੀਂ ਪੱਧਰ ਦੀ ਜਿਹੜੀ ਉਹਦੀ ਤੁਕਬੰਦੀ ਹੈ ਸਿੱਧੂ ਮੂਸੇਵਾਲੇ ਬਾਰੇ। ਉਹ ਇੱਕ ਖੱਬੇ ਪੱਖੀ ਧਿਰ ਜਿਹੜੀ ਇਹ ਗੱਲ ਕਹਿ ਰਹੀ ਹੈ। ਗੱਲ ਉਹ ਤੁਕਬੰਦੀ ਕਿਵੇਂ ਦੀ ਹੈ, ਗੱਲ ਇਹ ਨਹੀਂ ਹੁੰਦੀ, ਗੱਲ ਮੁੱਦਿਆਂ ਦੀ ਹੁੰਦੀ ਹੈ। ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਇੱਕ ਐਸੀ ਆਵਾਜ਼ ਜਿਹਨੂੰ ਸੁਣ ਕੇ ਸਾਰਾ ਇਸਲਾਮ ਜਗਤ ਸੀਸ ਨਵਾ ਦਿੰਦਾ ਹੈ, ਜਦੋਂ ਮਸਜਿਦ ਦੇ ਵਿੱਚੋਂ ਅਜ਼ਾਨ ਦਿੱਤੀ ਜਾਂਦੀ, ਉਹ ਤਾਂ ਕਿਸੇ ਰਾਜ 'ਚ ਨਹੀਂ ਹੈ, ਪਰ ਉਹਨਾਂ ਦੇ ਦਿਲ ਨੂੰ ਟੁੰਬਦੀ ਹੈ, ਉਹਨਾਂ ਦੇ ਧਰਮ ਦੇ ਨਾਲ ਜੁੜੀ ਹੋਈ ਚੀਜ਼ ਹੈ। ਉਸੇ ਵੇਲੇ ਨਮਾਜ਼ ਵਾਸਤੇ ਤਿਆਰ ਹੋ ਜਾਂਦੇ ਨੇ। ਇਹੀ ਗੱਲ ਹੈ ਕਿ ਜਿਹੜੇ ਮੁੱਦੇ ਨੇ, ਜਿਹੜੇ ਇਸ ਗੀਤ 'ਚ ਉਭਾਰੇ ਗਏ ਮੁੱਦੇ ਨੇ, ਉਹਨਾਂ ਦਾ ਕਾਫੀਆ, ਉਹਨਾਂ ਦਾ ਅਰੂਜ਼, ਉਹਨਾਂ ਦਾ ਪਿੰਗਲ ਇਹ ਅਹਿਮੀਅਤ ਨਹੀਂ ਰੱਖਦਾ। ਅਹਿਮੀਅਤ ਇਹ ਰੱਖਦਾ ਹੈ ਕਿ ਕਿਹੜੇ ਬੰਦੇ ਨੇ ਸਟੇਟ ਦੇ ਸਾਹਮਣੇ ਕਿਸ ਤਰ੍ਹਾਂ ਦੇ ਨਾਲ ਗੱਲ ਕਰਨ ਦੀ ਜੁਰਅਤ ਕੀਤੀ ਹੈ, ਹਿੰਮਤ ਕਿਸ ਨੇ ਕੀਤੀ ਹੈ ਪੰਜਾਬ ਦੇ ਮੁੱਦਿਆਂ ਦੇ ਉਭਾਰਨ ਦੀ। ਹੁਣ ਇਹ ਜਿਹੜੇ ਬਹੁਤੇ ਲੋਕ ਨੇ, ਉਹਦਾ ਜਿਹੜੇ ਨੇ ਸ਼ਬਦਾਵਲੀ, ਉਹਦੀ ਪੋਇਟਿਕ ਫਾਰਮ, ਉਹਦੀ ਕਾਵ ਪ੍ਰਤਿਭਾ, ਉਹਦਾ ਕਾਫੀਆ, ਉਹਦਾ ਅਰੂਜ਼, ਉਹਦਾ ਪਿੰਗਲ, ਇਹ ਚੀਜ਼ਾਂ ਫੜ ਕੇ ਬਹਿ ਗਏ ਨੇ ਜੀ। ਗੱਲ ਇਹ ਨਹੀਂ, ਗੱਲ ਤਾਂ ਇਹ ਹੈ ਕਿ ਜਿਹੜੇ ਮੁੱਦੇ ਉਭਾਰੇ ਗਏ ਉਹਨਾਂ ਦਾ ਪੰਜਾਬ ਦੇ ਨਾਲ ਕੀ ਸੰਬੰਧ ਸੀ। ਇੰਦਰਾ ਗਾਂਧੀ ਜਿਹੜੀ ਜਦੋਂ ਪੰਜਾਬੀ ਸੂਬਾ ਬਣਦਾ ਤਾਂ ਸਭ ਤੋਂ ਵੱਡੀ ਜਿਹੜੀ ਹੁਣ ਗੱਲ ਇੱਥੇ ਸੋਚਣ ਵਾਲੀ ਹੈ, ਉਹ ਆਪਣੇ ਗਾਣੇ ਦੀ ਦੂਜੀ ਲਾਈਨ 'ਚ ਪਤਾ ਕੀ ਕਹਿੰਦਾ, ਸਾਨੂੰ ਸਾਡਾ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ। ਹੁਣ ਉੱਥੇ ਇਹ ਨਹੀਂ ਹੈ ਕਿ ਉਹਦੇ ਗਾਣੇ ਦੇ ਨਾਲ ਇਹ ਸੂਬੇ ਇੱਕ ਹੋ ਜਾਣੇ, ਉਹਦੇ ਵਿੱਚ ਜੋ ਭਾਵ ਹੈ ਉਹਨੂੰ ਸਮਝਣ ਦਾ ਯਤਨ ਕਰੀਏ। ਕਿਉਂਕਿ ਜਦੋਂ ਇਹਨਾਂ 3 ਸਟੇਟਾਂ ਦੀ ਵੰਡ ਹੋਈ ਹੈ, ਜਦੋਂ ਵੱਡੇ ਪੰਜਾਬ ਨੂੰ 3 ਹਿੱਸਿਆਂ 'ਚ ਵੰਡਿਆ ਗਿਆ ਹੈ, ਤੇ ਪੰਜਾਬ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈ, ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਜਿਸ ਨੂੰ ਪੰਜਾਬ ਪੁਨਰਗਠਨ ਕਾਨੂੰਨ ਕਿਹਾ ਜਾਂਦਾ ਹੈ, ਉਹਦੀ 78, 79 ਤੇ 80 ਧਾਰਾ ਦੇ ਅਧੀਨ ਜਿੰਨੇ ਵੀ ਪੰਜਾਬ ਦੇ ਪਾਣੀਆਂ ਦੇ ਹੱਕ ਨੇ ਉਹ ਸਾਰੇ ਕੇਂਦਰ ਦੇ ਕੋਲ ਚਲੇ ਗਏ। ਤੇ ਉੱਥੇ ਸਾਡੀ ਹਾਲਤ ਪਤਾ ਕਿਸ ਤਰ੍ਹਾਂ ਦੀ ਹੈ, ਜਿਵੇਂ 2 ਬਾਂਦਰਾਂ ਦੀ ਲੜਾਈ ਜਾਂ 2 ਬਿੱਲੀਆਂ ਦੀ ਲੜਾਈ 'ਚ ਜਿਵੇਂ ਉਹ ਬਾਂਦਰ ਸਮਝੌਤਾ ਕਰਾਉਂਦਾ ਸੀ ਨਾ ਕਿ ਇੱਕ ਬੁਰਕੀ ਉਧਰੋਂ ਲੈ ਕੇ ਉਹਦਾ ਪਲੜਾ ਭਾਰਾ ਕਰ ਦਿੰਦਾ ਤੇ ਉਹਦਾ ਛੋਟਾ ਕਰ ਦਿੰਦਾ ਹੈ। ਕੇਂਦਰ ਦੇ ਹੱਥ ਦੇ ਵਿੱਚ ਉਹ ਤੱਕੜੀ ਹੈ, ਉਹ ਆਪਣੀ ਮਰਜ਼ੀ ਦੇ ਨਾਲ ਪੰਜਾਬ ਤੇ ਹਰਿਆਣੇ ਨੂੰ ਲੜਾਉਂਦਾ। ਪਰ ਇਹਦੇ 'ਚ ਇਹ ਨਹੀਂ ਹੈ ਕਿ ਸਟੇਟ ਇੱਕ ਹੋ ਜਾਣੇ, ਐਡਮਿਨਿਸਟ੍ਰੇਸ਼ਨ ਵੱਖਰੀ ਵੀ ਰਹਿੰਦੀ, ਪਰ ਜੇਕਰ ਸੂਬੇ ਦੇ ਪਾਣੀਆਂ ਤੇ ਬਿਜਲੀ ਦੇ ਅਧਿਕਾਰ ਸੂਬਿਆਂ ਦੇ ਕੋਲ ਰਹਿੰਦੇ ਤਾਂ ਸ਼ਾਇਦ ਜਿੰਨਾ ਟਕਰਾਅ ਪੈਦਾ ਹੋਇਆ ਸ਼ਾਇਦ ਉਹ ਨਾ ਹੁੰਦਾ। ਗੱਲ ਸਮਝਣ ਦੀ ਇਹ ਹੈ ਕਿ ਉਹਦੇ ਗਾਣੇ ਦੇ ਨਾਲ ਦੁਬਾਰਾ ਹਿੰਦੁਸਤਾਨ ਦੀ ਸਰਕਾਰ ਨੇ ਨਾ ਸੂਬਿਆਂ ਨੂੰ ਇੱਕ ਨਹੀਂ ਕਰ ਦੇਣਾ। ਗੱਲ ਤੇ ਉਸ ਦੇ ਦਰਦ ਨੂੰ ਸਮਝਣ ਦੀ ਹੈ ਕਿ ਜਿਹੜੇ ਸੂਬਿਆਂ ਦੇ ਕੋਲ ਖੋਏ ਗਏ ਹੱਕ ਨੇ, ਔਰ ਹੱਕ ਇਹ ਖੋਏ ਗਏ ਕਿ ਅੱਜ ਪਾਣੀ ਦੇ ਕਿਸੇ ਵੀ ਝਗੜੇ ਦੇ ਉੱਪਰ ਕਿਸੇ ਵੀ ਸਟੇਟ ਨਾਲ ਹੋਵੇ, ਪੰਜਾਬ ਦੀ ਸਰਕਾਰ ਦੇ ਕੋਲ ਕੋਈ ਅਧਿਕਾਰ ਨਹੀਂ, ਸਾਰੇ ਅਧਿਕਾਰ ਕੇਂਦਰ ਦੇ ਕੋਲ ਨੇ। ਉਹਦੇ ਤੋਂ ਬਾਅਦ ਜੇ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਫਸਟ ਰਿਪੇਰੀਅਨ ਸਟੇਟ ਹੈ, ਉਹ ਉਨਾ ਹੀ ਪਾਣੀ ਦਿੰਦਾ ਹੈ ਜਿੰਨਾ ਉਹ ਵਰਤੋਂ ਤੋਂ ਬਾਅਦ ਉਹਦੇ ਕੋਲ ਵਾਧੂ ਹੁੰਦਾ ਹੈ। ਉਸ ਤੋਂ ਬਾਅਦ ਸੈਕੰਡ ਰਿਪੇਰੀਅਨ ਸਟੇਟ ਪੰਜਾਬ ਆ ਜਾਂਦਾ ਹੈ। ਤੇ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਪੰਜਾਬ ਦੇ ਕੋਲ 72 LAF ਮਾਫ ਕਰਨਾ, ਜਿਹੜਾ 72 LAF ਲੱਖ ਏਕੜ ਫੀਟ, MAF ਮਿਲੀਅਨ ਏਕੜ ਫੀਟ, ਜਿਹੜਾ 72 LAF ਪੰਜਾਬ ਦੇ ਕੋਲ ਪਾਣੀ ਰਹਿ ਗਿਆ ਸੀ,
ਉਹਦੇ 'ਚ ਹੀ ਫਿਰ ਵੰਡ ਕਰਕੇ ਇੰਦਰਾ ਗਾਂਧੀ ਨੇ ਜਿਹੜੀ ਸਿੱਖਾਂ ਨੇ ਐਮਰਜੈਂਸੀ ਦੇ ਦੌਰਾਨ ਉਹਦੀਆਂ ਨਾਸਾਂ 'ਚ ਧੂਆਂ ਦਿੱਤਾ ਸੀ, ਉਹਦਾ ਬਦਲਾ ਲੈਣ ਦੇ ਵਾਸਤੇ ਉਸ ਨੇ ਉਹਦੇ ਵਿੱਚੋਂ 72 ਦੇ ਵਿੱਚੋਂ 35 ਹਰਿਆਣੇ ਨੂੰ, 35 ਪੰਜਾਬ ਨੂੰ ਤੇ 2 ਫਿਰ ਦਿੱਲੀ ਨੂੰ ਦੇ ਦਿੱਤਾ। 72 ਦੀ ਵੰਡ ਇਸ ਤਰ੍ਹਾਂ ਕਰ ਦਿੱਤੀ। ਤੇ ਉਹਦੇ ਤੋਂ ਬਾਅਦ ਦੀਆਂ ਜਿਹੜੀਆਂ ਵੰਡਾਂ ਨੇ ਨਾ, ਆਜ਼ਾਦੀ ਕਮਿਸ਼ਨ ਤੱਕ ਜੇ ਤੁਸੀਂ ਉਹ ਵੇਖੋ ਤੇ ਉਹ ਐਵੇਂ ਦੀਆਂ ਵੰਡਾਂ ਨੇ। ਨਹੀਂ ਤੇ ਦੁਨੀਆ ਦੇ ਪਾਣੀਆਂ ਦੇ ਕਾਨੂੰਨ ਕਹਿੰਦੇ ਨੇ ਕਿ ਹਰ 25 ਸਾਲ ਬਾਅਦ ਇਹ ਅੰਦਾਜ਼ਾ ਲਗਾਇਆ ਜਾਣਾ ਚਾਹੀਦਾ ਕਿ ਕਿਸੇ ਸਟੇਟ ਨੂੰ ਪਾਣੀ ਦੀ ਕਿੰਨੀ ਲੋੜ ਹੈ, ਉਹਦੇ ਪੀਣ ਦੇ ਪਾਣੀ ਦੀ ਲੋੜ, ਉਹਦੇ ਜ਼ਰਾਇਤੀ ਖੇਤਰ ਦੀ ਲੋੜ, ਲੋਕਾਂ ਦੀ ਇੰਡਸਟਰੀ ਦੀ ਲੋੜ, ਉਹਦੇ ਤੋਂ ਬਾਅਦ ਪਾਣੀ ਦੀ ਵੰਡ ਹੋ ਸਕਦੀ ਹੈ। ਪਰ ਸਾਡਾ ਸਭ ਕੁਝ ਅੰਗਰੇਜ਼ਾਂ ਦੇ ਵੇਲੇ ਦਾ ਚੱਲਣ ਆ ਰਿਹਾ, ਪਾਣੀ ਮੁੱਕਦਾ ਜਾ ਰਿਹਾ ਹੈ ਤੇ ਜਿੰਨੇ ਵੀ ਕਾਨੂੰਨ ਬਣਦੇ ਨੇ ਉਹ 'ਚ ਪੰਜਾਬ ਦਾ ਪਾਣੀ ਵੱਧ ਵਿਖਾਇਆ ਜਾ ਰਿਹਾ। ਕਾਹਦੇ ਕਰਕੇ ਵੱਧ ਵਿਖਾਇਆ ਜਾ ਰਿਹਾ? ਮੰਨ ਲਓ ਮੇਰੀ ਜੇਬ ਦੇ ਵਿੱਚ 50 ਪੈਸੇ ਨੇ, ਹੈ ਹੀ 50 ਪੈਸੇ, ਤੇ ਮੈਂ ਤੁਹਾਨੂੰ 25 ਪੈਸੇ ਦੇ ਦਿੱਤੇ। उसके बाद मैनू क्या कहा, तू मन, हुण मेरे को 25 रह गए ना, मैनू क्या कहा तू मन ला, तेरे को 40 ने 20 होर दे सन। इस तरह के नाल पंजाब का पहला जिहड़ा पानी सी 171.7 मुड़ के जिहड़ियां बरसाती नाले ने, अराडी कमीशन ने वो भी पानी विच पा के 186 जिहड़ा सीगा LAF के करीब कर दिता ते कह दिता कि इहदे विचों जिहड़ा पंजाब दे कोल है ही नहीं इन्ना, पंजाब दे कोल 40-42 हरियाणे नूं ते 86 राजस्थान नूं, 2 फिर दिल्ली नूं ते बाकी जिहड़ा उधर जा रहा J&K नूं ते ऑलरेडी जिहड़ा चनाह दा ते जिलम दा मिल रहा, वो सांझे पंजाब दे वेले दी गल है। सो कहण दी गल है कि पंजाब दे कोल उन्ना पानी है ही नहीं जिन्ना बाकियां नूं वंड दिता गया। ते इसे वंडण दे विचों, इसे वंड दे विचों सतलुज जमुना लिंक नहर, हुण ओहदे विच की सीगा कि इस नहर दे राहीं जिहड़ा पंजाब दा सतलुज दा पानी है वो जमुना तक लैके जाना। जदों कि गल यह है कि जिहड़ी गंगा है जिसका बेसन, या ये कह लो कि जिसके रिपेरियन स्टेट दिल्ली भी है तो हरियाणा भी है गंगा ते जमुना का, ਉਹਦਾ 646 MAF पानी बिल्कुल नहीं वरत्या जा रहा, वो उतना ही बहा के दौरान समुद्र च पै रहा। चाहिदा तो यह सी कि ਉਹਦਾ पानी इधर ਨੂੰ ਲਿਆਂਦਾ ਜਾਂਦਾ ਜਿਹੜੇ ਇਲਾਕੇ 'ਚ ਖੇਤੀ ਦੀ ਪਾਣੀ ਦੀ ਲੋੜ है, ਤੇ ਸਾਡਾ ਪਾਣੀ ਤਾਂ ਨੂੰ ਚੜਾਇਆ ਜਾ ਰਿਹਾ। चाहिदा तो सी कि जमुना सतलुज लिंक लहर, पर बनाई जा रही है सतलुज जमुना लिंक लहर। गल तो कि ਜਿਹੜੇ स्टेट के कोल पहला ही पानी की घाट है ਉਹਦਾ पानी ਜਿਹੜਾ लुटिया जा रहा। सो इस मुद्दे ਨੂੰ उसने उभारन का यतन किया। फिर सब तो बड़ी अहम गल, बहुत सारा मैं उस गल का भी जवाब देवां, बहुत सारे सानू सवाल होए इस सैमीनार के बारे जी, उस नूं तुसीं पंथक सफा च दाखिल कर रहे हो तो एक बहुत वड्डा नौजवान वर्ग ਜਿਹੜਾ SYL गाने दे करके ਉਹਦੇ ਨਾਲ जुड़िया, ਤੁਸੀਂ खुला छड्ड गए तो फिर किहड़े दायरे च जावेगा? फिर वो उन्हां दे दायरे च जावेगा जिन्हां लोकां ने कपूरी 1978 तो बाद, जदों 1978 ਦੇ ਵਿੱਚ ਤਾਂ ਉਹਦੀ ਗੱਲ ਬਾਦਲ ਸਰਕਾਰ ਦੇ ਵੇਲੇ ਹੋ ਗਈ, ਤੇ 1981 ਦੇ ਵਿੱਚ ਜਦੋਂ ਟੱਕ ਲਾਉਣਾ ਸੀ ਤੇ ਜਦੋਂ ਕਿਸਾਨ ਜਥੇਬੰਦੀਆਂ ਗਈਆਂ ਸੀ ਉਸ ਵੇਲੇ, ਫਿਰ ਜੇ ਤੁਸੀਂ ਇਹਨਾਂ ਨੌਜਵਾਨਾਂ ਨੂੰ ਆਪਣੇ ਪੱਖ 'ਚ ਨਹੀਂ ਲੈ ਕੇ ਆਉਂਦੇ, ਫਿਰ ਇਹ ਉਹਨਾਂ ਪੱਖਾਂ 'ਚ ਜਾਣਗੇ ਜਿਹੜੇ ਕਪੂਰੀ ਦੇ ਮੋਰਚੇ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂ ਖੋਣ ਵਾਲੇ ਆਪਣੇ ਲਾਲ ਝੰਡੇ ਸੁੱਟ ਕੇ ਭੱਜ ਗਏ ਸੀ, ਤੇ ਮੁੜ ਕੇ ਉਹ ਮੋਰਚਾ ਅਕਾਲੀ ਦਲ ਨੂੰ ਸਾਹਮਣਾ ਪਿਆ ਸੀ, ਤੇ ਫਿਰ ਉਹ ਮੋਰਚਾ ਹੀ ਧਰਮ ਯੁੱਧ ਮੋਰਚੇ ਦੇ ਰੂਪ 'ਚ ਚੱਲਦਾ ਹੈ। ਆਰੰਭ ਤਾਂ ਉੱਥੋਂ ਹੋਇਆ ਸੀ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜੇ ਜਿਹੜੇ ਨੌਜਵਾਨ, ਜਿਸ ਤਰ੍ਹਾਂ ਹੁਣ ਸਾਨੂੰ ਕਿਹਾ ਜਾਂਦਾ ਸੀ ਕੇਸਾਧਾਰੀ ਨਹੀਂ ਹੈ ਇਹ ਉਹ, ਮੈਂ ਪਹਿਲਾਂ ਵੀ ਕਿਹਾ ਕਿ ਉਹਦੀ ਆਉਣ ਵਾਲੀ ਜ਼ਿੰਦਗੀ ਦਾ ਸਾਨੂੰ ਕੀ ਪਤਾ, ਸਾਨੂੰ ਨਹੀਂ ਪਤਾ ਕਿਹੜੇ ਵੇਲੇ ਇੱਕ ਧਾੜਵੀ ਬਿਧੀ ਚੰਦ ਸ਼ੀਨੇ ਨੇ ਗੁਰੂ ਦਾ ਸੀਨਾ ਬਣ ਜਾਣਾ, ਸਾਨੂੰ ਥੋੜਾ ਪਤਾ। ਕਿਸੇ ਨੂੰ ਪਤਾ ਸੀ ਸੁੱਖਾ ਤੇ ਜਿੰਦਾ ਕੌਮ ਦੇ ਇੰਨੇ ਵੱਡੇ ਯੋਧੇ ਬਣ ਜਾਣਗੇ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਸੀ। ਗੱਲ ਤਾਂ ਇਹ ਕਿ ਕਿਹੜੇ ਵੇਲੇ ਗੁਰੂ ਨੇ ਕਿਰਪਾ ਕਰਕੇ ਕਿਹੜੀ ਸੇਵਾ ਲੈ ਲੈਣੀ, ਉਸ ਦੀਆਂ ਅਸੀਂ ਭਵਿੱਖਬਾਣੀਆਂ ਛੱਡ ਦਈਏ। ਸਿਰਫ ਇਹ ਵੇਖੀਏ ਕਿ ਕਿਹੜੇ ਨੌਜਵਾਨ ਨੇ ਆਪਣੇ ਕਿਸੇ ਲਿਖਤ ਦੇ ਵਿੱਚ, ਆਪਣੇ ਗੀਤ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਸੰਜੀਦਗੀ ਦੇ ਨਾਲ ਉਭਾਰਨ ਦਾ ਯਤਨ ਕੀਤਾ। ਹੁਣ ਦੂਜੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਵੀਰ ਜੀ ਅਮਰਦੀਪ ਭਾਈ ਨੇ ਵੀ ਕੀਤੀ ਸੀ ਕਿ ਉਹ ਆਪਣੀ ਗਾਇਕੀ ਦੇ ਵਿੱਚ ਜਿਹੜੇ ਬਿੰਬਾਂ ਨੂੰ ਉਭਾਰਦਾ, ਵੈਸੇ ਜਿਹੜਾ ਉਹਦਾ ਗਾਇਕੀ ਦਾ ਜਿਹੜਾ ਉਹਦਾ ਕਹਿ ਸਕਦੇ ਹੋ ਕਿ ਉਹਦਾ ਗਾਇਕੀ ਦਾ ਜਿਹੜਾ ਇੱਕ ਖੇਤਰ ਹੈ, ਜਿਹੜਾ ਪੜਾਅ ਹੈ, ਜਿਸ ਨੂੰ ਰੈਪ ਕਹਿੰਦੇ, ਉਹ ਪੰਜਾਬ ਦਾ ਤਾਂ ਹੈ ਹੀ ਨਹੀਂ। ਇਸੇ ਕਰਕੇ ਸਾਨੂੰ ਕਦੀ ਚੰਗਾ ਹੀ ਨਹੀਂ ਲੱਗਾ, ਇਹ ਅਸਲੀਅਤ ਹੈ, ਅਸੀਂ ਕਦੀ ਸੁਣਿਆ ਹੀ ਨਹੀਂ। ਮੈਂ ਉਹਦੇ SYL ਗਾਣੇ ਨੂੰ ਵੀ ਸੁਣਿਆ ਨਹੀਂ, ਪੜ੍ਹਿਆ। ਮੈਨੂੰ ਪੜ੍ਹਨ ਤੋਂ ਲੱਗਾ ਕਿ ਨਹੀਂ, ਇਹ ਮੁੱਦੇ ਜਿਹੜੇ ਨੇ ਇਹ ਸਾਡੇ ਸਾਰਿਆਂ ਨੂੰ ਕਿਤੇ ਨਾ ਕਿਤੇ ਬਹਿ ਕੇ ਵਿਚਾਰਨੇ ਪੈਣਗੇ। ਪਰ ਜੇਕਰ ਤੁਸੀਂ ਉਸ ਰੈਪ ਦਾ ਵੀ ਪਿਛੋਕੜ ਵੇਖੋ ਤਾਂ ਉਹ ਵੀ ਕਾਲਿਆਂ ਦੀਆਂ ਕਲੋਨੀਆਂ ਦੇ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਉਹਨਾਂ ਨੇ ਵੱਡੇ ਕਾਰਪੋਰੇਟਾਂ ਨੂੰ ਕੁਝ ਸਿੰਬਲਸ ਦੇ ਨਾਲ ਵੰਗਾਰਨਾ ਸ਼ੁਰੂ ਕਰ ਦਿੱਤਾ।
ਉਹਦੇ ਵਿੱਚ ਵੀ ਵੇਖਣ ਵਾਲੀ ਗੱਲ, ਉਹ ਇੱਕ ਵੱਖਰਾ ਮੁੱਦਾ ਹੈ ਕਿ ਉਹ ਸਾਰਾ ਫ੍ਰੀ ਮੈਸਨ ਤੇ ਲਿਮਿਨੇਟੀ ਜਿਹੜਾ ਸਿਸਟਮ ਹੈ, ਉਹਦੀ ਵੰਗਾਰ ਦੇ ਵਿੱਚ ਰੈਪ ਕਿਵੇਂ ਪੈਦਾ ਹੁੰਦਾ ਹੈ। ਪਰ ਸਾਨੂੰ ਨਹੀਂ ਲੱਗਦਾ, ਕਿਉਂਕਿ ਸਾਡੇ 'ਚ ਵਾਰ ਪਰੰਪਰਾ ਸੀ, ਅਸੀਂ ਦੁਸ਼ਮਣ ਨੂੰ ਵਾਰ ਦੇ ਰੂਪ 'ਚ ਵੰਗਾਰਦੇ ਸੀ, ਸਾਡੇ 'ਚ ਵਾਰਾਂ ਦੀ ਪਰੰਪਰਾ ਸੀ। ਜਿਹੜੇ ਕਾਲਿਆਂ ਦੇ ਵਿੱਚ ਹੈ, ਉਸੇ ਤਰ੍ਹਾਂ ਦੁਸ਼ਮਣ ਨੂੰ ਜਿਹੜੀ ਵੰਗਾਰ ਹੈ ਉਹ ਰੈਪ ਦੇ ਰੂਪ 'ਚ ਹੁੰਦੀ ਹੈ। ਸੋ ਪਹਿਲੀ ਗੱਲ ਤਾਂ ਉਹਦੀ ਜਿਹੜੀ ਇਹ ਗਾਇਨ ਸ਼ੈਲੀ ਸੀ, ਜਾਂ ਉਹਦੀ ਜਿਹੜੀ ਸੰਗੀਤ ਦੇ ਪ੍ਰਦਰਸ਼ਨ ਕਰਨ ਦੀ ਜਿਹੜੀ ਵਿਧੀ ਸੀ, ਉਹ ਸਾਡੀ ਨਾ ਹੋਣ ਕਰਕੇ ਸਾਡੀ ਰੂਹ ਦੇ ਨੇੜੇ ਨਹੀਂ ਲੱਗੀ, ਪਰ ਰੂਹ ਦੇ ਨੇੜੇ ਲੱਗੀਆਂ ਉਹਦੀਆਂ ਸਤਰਾਂ। ਤੇ ਜੇ ਅੱਜ ਤੁਸੀਂ ਉਸ ਨੂੰ ਸਵੀਕਾਰ ਨਹੀਂ ਕਰੋਗੇ ਤਾਂ ਬਹੁਤ ਸਾਰੇ ਲੋਕ ਤੇ ਫਿਰ ਉਹਨੂੰ ਆਪਣੀ ਕਲਾ ਵਿੱਚ ਲੈਣ ਨੂੰ ਤਿਆਰ ਬੈਠੇ ਨੇ। ਪਰ ਮੈਂ ਕਹਿੰਦਾ ਕਿ ਸਿੱਖਾਂ ਨੂੰ ਉਸ ਨੂੰ ਇਸ ਕਰਕੇ ਕਲਾ ਵਿੱਚ ਲੈਣਾ ਚਾਹੀਦਾ ਹੈ ਕਿ ਜਦੋਂ ਉਹ SYL ਦੀ ਗੱਲ ਕਰਦਾ ਹੈ ਤੇ ਨਾਲ ਰੋਕਣ ਵਾਲੀ ਧਿਰ ਉਹ ਜਟਾਣੇ ਨੂੰ ਲੈ ਕੇ ਆਉਂਦਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਨੂੰ ਇਸ ਕਰਕੇ ਉਸ ਨੂੰ ਆਪਣੇ ਖੇਤਰ 'ਚ ਸਮਝਣਾ ਚਾਹੀਦਾ ਹੈ ਕਿ ਜਦੋਂ SYL ਦੀ ਗੱਲ ਹੁੰਦੀ ਹੈ ਤੇ ਉਹਦੇ ਨਾਲ ਅਗਲੀ ਲਾਈਨ ਦੇ ਵਿੱਚ ਉਹ ਫਿਰ ਕਹਿੰਦਾ ਜਟਾਣਾ ਆਊਗਾ। ਭਾਵ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਧੱਕੇ ਕਰੋਗੇ ਤੇ ਫਿਰ ਸਿੱਖ ਸੰਘਰਸ਼ ਦੇ ਨਾਇਕ ਆਉਣਗੇ। ਇਹ ਗੱਲ ਸਾਹਮਣੇ ਲੈ ਕੇ ਆਉਂਦਾ। ਸੋ ਇਹ ਜਿਹੜੀ ਉਹਦੀ ਇੱਕ ਸੰਜੀਦਗੀ ਦੇ ਨਾਲ ਕਹੀ ਹੋਈ ਗੱਲ ਹੈ, ਜਿਸ ਤਰ੍ਹਾਂ ਵਿੱਚ ਅਮਰਦੀਪ ਨੇ ਕਿਹਾ ਕਿ ਹੋ ਸਕਦਾ ਸੁਚੇਤ ਤੌਰ ਤੇ ਉਹਨੂੰ ਨਾ ਪਤਾ ਹੋਵੇ ਮੈਂ ਕੀ ਕਹਿ ਰਿਹਾ, ਪਰ ਅਵਚੇਤਨ ਮਨ ਦੇ ਵਿੱਚੋਂ ਜਿਹੜੀ ਪੇਸ਼ਕਾਰੀ ਹੋਈ ਹੈ ਉਹਨੇ ਕਿਤੇ ਨਾ ਕਿਤੇ ਤੁਹਾਨੂੰ ਉਸ ਗੀਤ ਨੂੰ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੱਤਾ। ਜਿਵੇਂ ਅਸੀਂ ਕਈ ਵਾਰੀ ਮੈਂ ਤੇ ਭਾਈ ਨੇ ਗੱਲ ਕਰਨੀ ਦੀਪ ਦੇ ਬਾਰੇ ਕਿ ਕਿਸੇ ਮੁੱਦੇ ਦੇ ਉੱਪਰ ਜਦੋਂ ਚਰਚਾ ਹੁੰਦੀ ਹੈ ਤਾਂ ਪਰ ਜਦੋਂ ਦੀਪ ਪੇਸ਼ਕਾਰੀ ਕਰਦਾ ਨਾ, ਅਸੀਂ ਸੋਚਿਆ ਨਹੀਂ ਹੁੰਦਾ ਕਿ ਦੀਪ ਆਹ ਗੱਲ ਇਸ ਤਰ੍ਹਾਂ ਕਰ ਜੂਗਾ। ਉਹ ਜਿਹੜੀ ਪੇਸ਼ਕਾਰੀ ਆ ਉਹ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਨਹੀਂ ਤੇ ਜਿਹੜੇ ਮੈਂ ਫਿਰ ਕਹਿੰਦਾ ਕਿ SYL ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਕੌਣ ਨਹੀਂ ਜਾਣਦਾ, ਤੁਸੀਂ ਸਾਰੇ ਜਾਣਦੇ ਹੋ। ਪਰ ਉਹਦੇ ਬਾਵਜੂਦ ਵੀ ਉਹ ਮਿਲੀਅਨਸ ਦੇ ਵਿੱਚ ਜਿਹੜਾ ਉਹਦਾ ਗੀਤ ਚਲਾ ਜਾਂਦਾ, ਕਿਉਂ ਜਾਂਦਾ? ਉਹਦੇ 'ਚ ਕੋਈ ਇਸ਼ਕ ਮਜ਼ਾਕੀ ਨਹੀਂ ਹੈ। ਕਿਹਾ ਜਾਂਦਾ ਕਿ ਨੌਜਵਾਨ ਜਿਹੜੇ ਨੇ ਨਸ਼ੇ, ਹਥਿਆਰ ਤੇ ਔਰਤ ਦੀ ਜਿਹੜੀ ਗੱਲ ਕਰਦੇ ਗੀਤ ਉਹ ਸੁਣਦੇ ਨੇ। ਇਹਦੇ 'ਚ ਤਿੰਨੇ ਚੀਜ਼ਾਂ ਨਹੀਂ ਹੈ, ਨਾ ਇਹਦੇ 'ਚ ਨਸ਼ੇ ਦੀ ਗੱਲ, ਨਾ ਹਥਿਆਰਾਂ ਦੀ ਗੱਲ, ਨਾ ਔਰਤ ਦੀ ਗੱਲ, ਨਾ ਜਾਤੀਵਾਦ ਦੀ ਭੜਕ ਦੀ ਗੱਲ, ਇਹਦੇ 'ਚ ਕੁਝ ਵੀ ਨਹੀਂ ਹੈਗਾ। ਕਿਉਂ ਸੁਣਿਆ ਤੁਸੀਂ ਇਸ ਕਰਕੇ ਸੁਣਿਆ ਕਿ ਕਿਤੇ ਨਾ ਕਿਤੇ ਇਹ ਸਾਰੇ ਮੁੱਦੇ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਲੱਗੇ, ਤੁਹਾਨੂੰ ਪੰਜਾਬ ਦੀ ਸਮੱਸਿਆ ਨੂੰ ਸਮਝਣ ਦਾ ਇੱਕ ਮੰਚ ਮਿਲਿਆ ਕਿ ਜੇ ਇੱਕ ਗਾਇਕ ਇਹ ਗੱਲਾਂ ਕਰ ਰਿਹਾ ਤੇ ਸਾਨੂੰ ਸੰਜੀਦਗੀ ਦੇ ਨਾਲ, ਤੁਸੀਂ ਵੇਖੋ ਬਹੁਤ ਸਾਰੇ ਵੀਰ ਹੋਣਗੇ ਜਿਹੜੇ ਪਹਿਲਾਂ ਬਲਵਿੰਦਰ ਸਿੰਘ ਜਟਾਣਾ ਦੇ ਹੋਣਾ ਬਾਰੇ ਨਹੀਂ ਸੀ ਜਾਣਦੇ, ਉਹਨਾਂ ਨੇ ਹੁਣ ਪੜ੍ਹਿਆ, ਇੰਟਰਵਿਊਆਂ ਸੁਣੀਆਂ, ਔਰ ਇਹਦਾ ਇੱਕ ਪ੍ਰਭਾਵ ਸਿਰਜਿਆ ਗਿਆ ਕਿ ਇੰਨੇ ਚਿਰ ਬਾਅਦ, ਕਿੰਨਾ ਚਿਰ ਹੋ ਗਿਆ ਘਟਨਾਕ੍ਰਮ ਨੂੰ, ਕਿ ਇੰਨੇ ਚਿਰ ਬਾਅਦ 1992 ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਦੇ ਭਣੇਵੇਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨੌਕਰੀ ਦਿੱਤੀ ਗਈ। ਉਹ ਕਾਹਦੇ ਕਰਕੇ? ਇੱਕ ਗੀਤ ਦਾ ਜਿਹੜੀ ਨੇ ਤੁਹਾਡੀ ਮਾਨਸਿਕਤਾ ਦੇ ਉੱਪਰ ਇੰਨਾ ਵੱਡਾ ਪ੍ਰਭਾਵ ਛੱਡਿਆ, ਔਰ ਉਸ ਪ੍ਰਭਾਵ ਕਰਕੇ ਤੁਸੀਂ ਸੋਚਣ ਵਾਸਤੇ ਮਜਬੂਰ ਹੋ ਗਏ ਵੀ ਯਾਰ ਗੱਲ ਕਿੱਥੇ ਹੈ। ਕਿਤੇ ਨਾ ਕਿਤੇ ਤੇ ਸੋਚਣਾ ਪਵੇਗਾ ਵੀ ਗੱਲ ਹੈ ਕਿੱਥੇ। ਸੰਜੀਦਗੀ ਦੇ ਨਾਲ ਤੁਸੀਂ ਉਸ ਗੱਲ ਨੂੰ ਸੋਚਿਆ। ਫਿਰ ਅਗਲੀ ਗੱਲ ਜਿਹੜੀ ਉਹਨੇ ਚੁੱਕੀ, ਉਹ ਪੰਜਾਬ ਦਾ ਉਹ ਮੁੱਦਾ ਹੈ ਜਿਹੜਾ ਹਮੇਸ਼ਾ ਹੀ ਪੰਜਾਬ ਦੀਆਂ ਪੰਥਕ ਧਿਰਾਂ ਨੇ ਬਾਰ-ਬਾਰ ਚੁੱਕਿਆ, ਬਾਰ-ਬਾਰ ਵਿਸਾਰ ਦਿੱਤਾ ਜਾਂਦਾ ਰਿਹਾ। ਬਹੁਤ ਘੱਟ ਪੰਥਕ ਧਿਰਾਂ ਨੇ ਜਿਹੜੀਆਂ ਲਗਾਤਾਰ ਉਸ ਮੁੱਦੇ ਨਾਲ ਜੁੜੀਆਂ ਰਹੀਆਂ ਨੇ, ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ। ਹੁਣ ਜਦੋਂ ਬੰਦੀ ਸਿੰਘਾਂ ਦੇ ਰਿਹਾਈ ਦੇ ਮੁੱਦੇ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਜੇ ਪਿਛੋਕੜ 'ਚ ਨਾ ਜਾਈਏ, ਪਿੱਛੇ ਜੋ ਕੁਝ ਹੋਇਆ ਉਹ ਬਾਈਬਲ ਕਲਾ ਮੋਰਚੇ ਤੋਂ ਲੈ ਕੇ ਬਹੁਤ ਕੁਝ ਹੋਇਆ, ਉਹਨੂੰ ਤੁਸੀਂ ਛੱਡ ਦੇਈਏ। ਤੁਸੀਂ ਹੁਣ ਦੀ ਐਗਜ਼ਾਮਪਲ ਵੇਖੋ ਕਿ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਅਕਾਲੀ ਦਲ ਬਾਦਲ ਜਦੋਂ ਬਿਲਕੁਲ ਹਾਸ਼ੀਏ ਦੇ ਉੱਪਰ ਜਾ ਚੁੱਕਾ ਸੀ ਤੇ ਉਹਨਾਂ ਨੂੰ ਇੱਕੋ ਹੀ ਆਸ ਦੀ ਕਿਰਨ ਦਿਸਦੀ ਸੀ ਕਿ ਬੰਦੀ ਸਿੰਘਾਂ ਦੀ ਗੱਲ ਕਰੀਏ ਸ਼ਾਇਦ ਕੌਮ ਸਵੀਕਾਰ ਕਰ ਲਵੇ। ਇਸੇ ਕਰਕੇ ਉਹਨਾਂ ਨੇ ਸੰਗਰੂਰ ਜਿਮਨੀ ਲੋਕ ਸਭਾ ਚੋਣ ਦੇ ਵਿੱਚ ਇਸ ਨੂੰ ਮੁੱਦਾ ਬਣਾਇਆ, ਜਦੋਂ ਕਿ ਸਾਰੇ ਹੀ ਅਸੀਂ ਜਾਣਦੇ ਸੀ ਕਿ ਇੱਕ ਮੈਂਬਰ ਪਾਰਲੀਮੈਂਟ ਕੇਵਲ ਤੇ ਕੇਵਲ ਪਾਰਲੀਮੈਂਟ 'ਚ ਆਵਾਜ਼ ਜ਼ਰੂਰ ਉਠਾ ਸਕਦਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਪਰ ਉਹਦੇ ਅਧਿਕਾਰ ਖੇਤਰ 'ਚ ਨਹੀਂ ਹੁੰਦਾ ਕਿ ਬੰਦੀ ਸਿੰਘ ਆਪ ਰਿਹਾ ਕਰ ਸਕੇ। ਸੋ ਇਹ ਸਾਨੂੰ ਸਾਰਿਆਂ ਨੂੰ ਪਤਾ ਸੀ। ਇਹਦੇ ਬਾਵਜੂਦ ਅਸੀਂ ਪਤਾ ਕੀ ਕਹਿੰਦੇ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰ 'ਚੋਂ ਬੀਬੀ ਖੜੀ ਹੈ, ਉਹਦੇ ਨਾਲ ਹਮਦਰਦੀ ਹੈ, ਆਜ਼ਾਦ ਹੁੰਦੀ ਅਸੀਂ ਤੁਰ ਵੀ ਪੈਂਦੇ, ਪਰ ਅਸੀਂ ਅਕਾਲੀ ਦਲ ਬਾਦਲ ਨੂੰ ਨਹੀਂ ਸਵੀਕਾਰਦੇ। ਉਹਦੇ ਪਿੱਛੇ ਕਾਰਨ ਇਹ ਸੀ ਕਿ ਜਿਹੜੀ ਗੱਲ ਬਾਰ-ਬਾਰ ਦੁਹਰਾਈ ਜਾਂਦੀ ਰਹੀ ਉਹ ਇਹ ਸੀ ਕਿ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਪੰਥ ਭੁੱਲ ਜਾਂਦਾ, ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਉਦੋਂ ਪੰਥ ਦਰਦ ਜਾਗ ਪੈਂਦਾ। ਸੋ ਜਦੋਂ ਇਸ ਗੀਤ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਈ
ਤਾਂ ਉਹਦੇ ਵਿੱਚ ਜਿਹੜੀਆਂ ਜਥੇਬੰਦਕ ਦੀਵਾਰਾਂ ਸੀ ਉਹ ਟੁੱਟ ਗਈਆਂ। ਇਹ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ, ਨੌਜਵਾਨਾਂ ਨੇ ਆਪਣੇ ਆਪ ਆਪਣੇ ਤਲ ਤੇ ਵਿਅਕਤੀਗਤ ਤੌਰ ਦੇ ਉੱਪਰ ਮਹਿਸੂਸ ਕੀਤਾ। ਔਰ ਇਹੀ ਗੱਲ ਸੀ ਕਿ ਸੰਗਰੂਰ ਜਿਮਨੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਣਾ ਦੇ ਕੋਲ ਤਾਂ ਕੋਈ ਜਥੇਬੰਦਕ ਢਾਂਚਾ ਨਹੀਂ ਸੀ, ਕੋਈ ਬਹੁਤ ਵੱਡਾ ਕੇਡਰ ਨਹੀਂ ਸੀ, ਕੋਈ ਬੀਜੇਪੀ ਦੇ ਵਾਂਗੂ ਹੋਲ ਟਾਈਮਰ ਪੇਡ ਆਈਟੀ ਸੈੱਲ ਨਹੀਂ ਸੀ ਹੈਗਾ। ਪਰ ਨੌਜਵਾਨਾਂ ਨੇ ਆਪਣੇ ਸਿਰ ਤੇ ਜ਼ਿੰਮੇਵਾਰੀ ਨਿਭਾਈ, ਪਿੰਡਾਂ 'ਚ ਗਏ, ਸੋਸ਼ਲ ਮੀਡੀਆ ਸੰਭਾਲਿਆ, ਮਾਨ ਸਾਹਿਬ ਦੇ ਹੱਕ 'ਚ ਪ੍ਰਚਾਰ ਕੀਤਾ, ਦੀਪ ਸਿੱਧੂ ਦੇ ਨਾਲ ਮਾਨ ਸਾਹਿਬ ਦੀਆਂ ਫੋਟੋਆਂ ਜੋੜ ਕੇ ਨੌਜਵਾਨਾਂ ਨੂੰ ਇਸ ਪਾਸੇ ਪ੍ਰਚਾਰਿਆ, ਪਿੰਡਾਂ 'ਚ ਗਏ ਬਿਨਾਂ ਕੇਡਰ ਤੋਂ। ਜਦੋਂ ਕਿ ਸਾਰੀਆਂ ਜਥੇਬੰਦੀਆਂ, ਜਿਹੜੀਆਂ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਜੀ ਮਾਨ ਸਾਹਿਬ ਨੂੰ ਇਲੈਕਸ਼ਨ ਜਿਤਾਈ ਗਈ, ਇਹ ਗੱਲ ਬਿਲਕੁਲ ਉਲਟ ਹੈ। ਸੱਚ ਇਹ ਹੈ ਕਿ ਹਰਾਉਣ ਦੇ ਵਾਸਤੇ ਸਾਰੇ ਵਸੀਲੇ ਵਰਤੇ ਗਏ। ਸੱਚ ਇਹ ਹੈ, ਜਿਤਾਈ ਨਹੀਂ ਗਈ। ਹਰਾਉਣ ਦੇ ਵਾਸਤੇ ਹਰ ਧਿਰ ਨੇ, ਜਿਹੜੀ ਵੀ ਕੇਂਦਰ ਤੋਂ ਰਿਮੋਟ ਦੇ ਨਾਲ ਚੱਲ ਰਹੀ ਸੀ, ਹਰ ਧਿਰ ਨੇ ਮਾਨ ਸਾਹਿਬ ਨੂੰ ਹਰਾਉਣ ਦਾ ਪੂਰਾ ਯਤਨ ਕੀਤਾ। ਨਹੀਂ ਤੇ ਜੇਕਰ ਜਿਤਾਉਣ ਦੀ ਗੱਲ ਹੁੰਦੀ ਤਾਂ ਅਕਾਲੀ ਦਲ ਬਾਦਲ ਬੰਦੀ ਸਿੰਘਾਂ ਦੇ ਪਰਿਵਾਰ 'ਚੋਂ ਉਮੀਦਵਾਰ ਖੜਾ ਨਾ ਕਰਦਾ। ਬਲਕਿ ਅਕਾਲੀ ਦਲ ਵਾਸਤੇ ਤਾਂ ਇੱਕ ਸੁਨਹਿਰੀ ਮੌਕਾ ਸੀ, ਜੇਕਰ ਇਹ ਪਿਛਲੇ ਸਮੇਂ ਦੇ ਕੀਤੇ ਭ੍ਰਿਸ਼ਟਾਚਾਰ ਕਰਕੇ ਕੇਂਦਰ ਦੇ ਕਾਬੂ ਹੇਠ ਨਾ ਹੋਣ ਤਾਂ ਇਹਨਾਂ ਦੇ ਕੋਲ ਤੇ ਮੁੱਦਾ ਸੀ ਕਿ ਇਸ ਮੌਕੇ ਜਦੋਂ ਰਾਜਨੀਤਿਕ ਤੌਰ ਦੇ ਉੱਪਰ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਪੂਰੀ ਤਰ੍ਹਾਂ ਨਕਾਰੇ ਜਾ ਚੁੱਕੇ ਨੇ ਤਾਂ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀਏ, ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰੀਏ, ਪਰ ਨਹੀਂ ਕਰ ਰਹੇ। ਪਰ ਜਦੋਂ ਤੁਸੀਂ ਇੱਕ ਗੀਤ ਦੇ ਵਿੱਚ ਸੋਵਰਨਟੀ ਸ਼ਬਦ ਨੂੰ ਸੁਣਿਆ ਤਾਂ ਉਹਦੇ ਵੀ ਵੱਖਰੇ ਵੱਖਰੇ ਜਿਹੜੇ ਨੇ ਉਹ ਰੂਪ ਨੇ। ਹਰ ਸ਼ਾਸਨ ਕਰ ਰਹੀ, ਲੜ ਰਹੀ ਜਾਂ ਫਿਰ ਆਪਣੀਆਂ ਮੰਗਾਂ ਦੇ ਵਾਸਤੇ ਸੰਘਰਸ਼ ਕਰ ਰਹੀ ਜਿਹੜੀ ਧਿਰ ਹੈ ਨਾ, ਉਹ ਸ਼ਾਸਕ ਸੱਤਾ ਦੇ ਉੱਪਰ ਕਾਬਜ ਹੋ ਕੇ ਰਾਜ ਕਰਨ ਦੀ ਵਿਧ ਨੂੰ ਸੋਵਰਨਟੀ ਦੇ ਰੂਪ ਚ ਵੱਖ-ਵੱਖ ਤਰ੍ਹਾਂ ਦੇ ਨਾਲ ਪਰਿਭਾਸ਼ਿਤ ਕਰਦੀ ਹੈ। ਜਿਸ ਤਰ੍ਹਾਂ ਖੁਦ ਮੁਖਤਿਆਰੀ ਵੱਖ-ਵੱਖ ਤਰ੍ਹਾਂ ਨਾਲ ਪਰਿਭਾਸ਼ਿਤ ਹੁੰਦੀ ਹੈ। ਅਮਰੀਕਾ ਦਾ ਫੈਡਰਲ ਸਟਰਕਚਰ ਹੋਰ ਹੈ ਤੇ ਸਵਿਟਜ਼ਰਲੈਂਡ ਦਾ ਹੋਰ ਹੈ। ਇਹ ਸਾਰੇ ਵੱਖ-ਵੱਖ ਜਿਹੜੇ ਢਾਂਚੇ ਨੇ, ਪਰ ਸਾਡੀ ਜਦੋਂ ਉਹ ਸੋਵਰਨਟੀ ਦੀ ਗੱਲ ਕਰਦਾ ਤੇ ਉਹ ਪਹਿਲਾਂ ਪਿਛੋਕੜ ਦੀ ਗੱਲ ਲੈ ਕੇ ਜਾਂਦਾ। ਤੇ ਸਾਡਾ ਜਿਹੜਾ ਪਿਛੋਕੜ ਦਾ ਰਾਜ ਸੱਤਾ ਹੈ ਨਾ, ਉਹਦੀ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ। ਵਕਤ ਮੈਂ ਥੋੜੀ ਦੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਰਣਜੀਤ ਸਿੰਘ ਇੱਕ ਪਿੰਡ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਸ਼ਾਮ ਨੂੰ ਵੇਖਦਾ ਹੈ ਕਿ ਲੋਕਾਂ ਨੇ ਘਰਾਂ ਨੂੰ ਜਿੰਦਰੇ ਲਾਏ। ਤੇ ਰਣਜੀਤ ਸਿੰਘ ਇੱਕ ਸ਼ਖਸ ਨੂੰ ਸਵਾਲ ਕਰਦਾ ਹੈ, ਕਹਿੰਦਾ ਘਰਾਂ ਨੂੰ ਜਿੰਦਰੇ ਕਿਉਂ ਲੱਗੇ ਨੇ? ਉਹ ਕਹਿੰਦਾ ਚੋਰੀ ਦਾ ਬੜਾ ਖਤਰਾ ਹੈ। ਕਹਿੰਦਾ ਇਹਦਾ ਮਤਲਬ ਇਹ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਨਹੀਂ ਹੈਗਾ। ਸਮਝੋ ਇਸ ਗੱਲ ਨੂੰ। ਕਹਿੰਦਾ ਜੀ ਇੱਥੇ ਚੋਰੀ ਦਾ ਬੜਾ ਖਤਰਾ ਹੈ। ਕਹਿੰਦਾ ਇਹਦਾ ਮਤਲਬ ਇਹ ਇਲਾਕਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਨਹੀਂ ਹੈ। ਕਹਿੰਦਾ ਹੈ ਤੇ ਰਣਜੀਤ ਸਿੰਘ ਦੇ ਰਾਜ ਦੇ ਅਧੀਨ। ਕਹਿੰਦਾ ਫਿਰ ਤੁਹਾਨੂੰ ਮੈਂ ਦੱਸਦਾ। ਕਹਿੰਦਾ ਕਿ ਕੁੱਤਾ ਮੰਗਾਓ। ਕੁੱਤਾ ਮੰਗਵਾਇਆ ਗਿਆ। ਕਹਿੰਦਾ ਇਹਦੇ ਗਲ 'ਚ ਸੋਨੇ ਦਾ ਹਾਰ ਪਾ ਦਿਓ। ਕੁੱਤੇ ਦੇ ਗਲ 'ਚ ਸੋਨੇ ਦਾ ਹਾਰ ਪਾ ਦਿੱਤਾ। ਕਹਿੰਦਾ ਇਹਨੂੰ ਕੋ ਸਾਰੇ ਭਾਵੇਂ ਕਸੂਰ ਤੋਂ ਲੈ ਕੇ ਲਾਹੌਰ ਤੱਕ ਘੁੰਮੇ, ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਕੋਈ ਕੁੱਤੇ ਦੇ ਗਲ ਦੇ ਵਿੱਚੋਂ ਸੋਨੇ ਦਾ ਹਾਰ ਨਹੀਂ ਲਾ ਸਕਦਾ। ਇਹ ਸਾਡਾ ਮਾਣਿਆ ਹੋਇਆ ਸਟੇਟਹੁੱਡ ਸੀ। ਇਹ ਸਾਡੇ ਇਮਾਨਦਾਰੀ ਦੀਆਂ ਜਾਂ ਉਸ ਰਾਜ ਦੀਆਂ ਸਿਫਤਾਂ ਸੀ। ਔਰ ਇਸੇ ਕਰਕੇ ਜਦੋਂ ਅਸੀਂ ਅੱਜ ਕਹਿੰਦੇ ਸਾਡਾ ਪਿਛੋਕੜ, ਤੇ ਸਾਨੂੰ ਭਵਿੱਖ ਦੇ ਵਿੱਚ ਇਸ ਕਾਨੂੰਨ ਦੇ ਵਿੱਚ ਜਿਹੜਾ ਪੰਜਾਬ ਦਾ ਹੁਣ ਜਿਸ ਤਰ੍ਹਾਂ ਦੇ ਨਾਲ ਅਮਨ ਤੇ ਕਾਨੂੰਨ ਦੀ ਹਾਲਤ ਵਿਗੜੀ ਪਈ ਹੈ, ਉਹਦੇ ਵਿੱਚੋਂ ਕੁਦਰਤ ਨੇ ਜਦੋਂ ਤੁਸੀਂ ਆਪਣੇ ਵਰਤਮਾਨ ਵਰਤਾਰਿਆਂ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਵਿਗੜੀ ਵੇਖੋਗੇ ਤੇ ਇਸ ਤਰ੍ਹਾਂ ਦੇ ਨਾਲ ਸਰਕਾਰੀ ਤੰਤਰ ਨੂੰ ਢਿੱਲਾ ਵੇਖੋਗੇ, ਭ੍ਰਿਸ਼ਟਾਚਾਰ ਵਧਿਆ ਵੇਖੋਗੇ, ਤੇ ਤੁਹਾਨੂੰ ਆਪਣਾ ਪਿਛੋਕੜ ਹੀ ਚੇਤੇ ਆਵੇਗਾ ਕਿ ਸਾਡਾ ਰਾਜ ਕਿਵੇਂ ਦਾ ਹੁੰਦਾ ਸੀ। ਸੋ ਜਿਹੜੀਆਂ ਗੱਲਾਂ ਸ਼ੁਭਦੀਪ ਸਿੱਧੂ ਨੇ ਆਪਣੇ ਇਸ ਗੀਤ ਦੇ ਵਿੱਚ ਉਭਾਰੀਆਂ ਨੇ, ਉਹਨਾਂ ਸਾਰਿਆਂ ਨੂੰ, ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਅੱਤ ਤੇ ਅੱਤਵਾਦੀ ਸ਼ਬਦ ਦੀ ਗੱਲ ਕਰਦਾ ਹੈ ਤਾਂ ਉਹਦੇ ਉੱਪਰ ਸਾਨੂੰ ਆਰਟੀਕਲ ਲਿਖਣੇ ਪੈ ਗਏ ਸੀ, ਕਿਉਂਕਿ ਚਰਚਾ ਪੰਜਾਬ ਵਿਧਾਨ ਸਭਾ 'ਚ ਹੋਈ ਸੀ ਅੱਤਵਾਦੀ ਕੌਣ। ਅਕਾਲੀਆਂ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀ ਧਿਰ ਦੇ ਵਿੱਚ ਇੱਕ ਵੱਡੀ ਚਰਚਾ ਜਨਮ ਲਿਆ ਸੀਗਾ, ਅੱਤਵਾਦੀ ਕੌਣ, ਹੂ ਇਜ਼ ਟੈਰਰਿਸਟ। ਔਰ ਉਹਦੇ ਉੱਪਰ ਮੈਨੂੰ ਪਤਾ, ਮੈਂ ਵੀ ਇੱਕ ਲੇਖ ਲਿਖਿਆ ਸੀਗਾ ਕਿ ਅੱਤਵਾਦੀ ਉਹ ਹੁੰਦਾ ਜਿਹੜਾ ਅੱਤ ਕਰਨ ਦੀ ਸ਼ੁਰੂਆਤ ਕਰਦਾ, ਬਾਅਦ ਦੇ ਵਿੱਚ ਤਾਂ ਪ੍ਰਤੀਕਰਮ ਹੁੰਦਾ। ਸਿੱਖਾਂ ਨੇ ਕਦੀ ਵੀ ਸ਼ੁਰੂਆਤ ਨਹੀਂ ਕੀਤੀ। ਸਿੱਖਾਂ ਨੇ ਤਾਂ ਸਗੋਂ ਆਪਣੀ ਜਿਹੜੀ ਆਜ਼ਾਦੀ ਦੀ ਲਹਿਰ ਸੀ ਉਹ ਤੁਹਾਡੀ ਆਜ਼ਾਦੀ ਦੀ ਲੜਾਈ ਵਾਸਤੇ ਡਾਈਵਰਟ ਕਰ ਦਿੱਤੀ। ਜਿਹੜਾ ਰਣਜੀਤ ਸਿੰਘ ਦੇ ਰਾਜ ਦਾ 1449 ਤੋਂ ਬਾਅਦ ਬਾਬਾ ਮਹਾਰਾਜ ਸਿੰਘ ਦਾ ਸੰਘਰਸ਼ ਆ, ਉਹ ਇਸ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਥੋੜਾ ਸੀ, ਉਹ ਤਾਂ ਰਣਜੀਤ ਸਿੰਘ ਦੇ ਖੁੱਸੇ ਹੋਏ ਰਾਜ ਨੂੰ ਵਾਪਸ ਲੈਣ ਦੇ ਵਾਸਤੇ ਸੀ। ਸਾਡੀ ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਗਾਂਧੀ ਦਾ ਆਉਣਾ ਤੇ ਸਾਰੀ ਸਾਡੀ ਆਜ਼ਾਦੀ ਦੀ ਲਹਿਰ ਦਾ ਡਾਈਵਰਟ ਹੋ ਕੇ ਪਤਾ ਨਹੀਂ ਕਿਹੜੇ ਵੇਲੇ ਉਸ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਉਸ ਵਹਿਣ 'ਚ ਵਹਿ ਜਾਂਦੀ ਹੈ। ਔਰ ਇੰਨੀਆਂ ਜ਼ਿਆਦਾ ਸ਼ਹਾਦਤਾਂ, ਇੰਨੀਆਂ ਜ਼ਿਆਦਾ ਕੁਰਬਾਨੀਆਂ, ਇੰਨਾ ਜ਼ਿਆਦਾ ਤਸ਼ੱਦਦ, ਇੰਨੀਆਂ ਜ਼ਿਆਦਾ ਜੇਲ੍ਹਾਂ ਭਰਨ ਤੋਂ ਬਾਅਦ ਜੇਕਰ ਸਾਨੂੰ ਆਜ਼ਾਦੀ ਦੇ ਹੱਕ ਹੀ ਨਹੀਂ ਦਿੱਤੇ ਜਾਂਦੇ ਤੇ ਫਿਰ ਅੱਤ ਕਰਨ ਵਾਲੇ ਕੌਣ? ਫਿਰ ਅੱਤ ਦੀ ਸ਼ੁਰੂਆਤ ਕਿਹਨਾਂ ਨੇ ਕੀਤੀ?
ਉਹਨਾਂ ਨੇ ਕੀਤੀ, ਜਿਨ੍ਹਾਂ ਦਾ ਉਦੋਂ ਜਿਹੜਾ ਦੇਸ਼ ਦੀ ਸ਼ਾਸਤ ਸੱਤਾ ਦੇ ਉੱਪਰ ਜਨਸੰਖਿਆ ਦੇ ਅਨੁਸਾਰ ਅਨੁਪਾਤ ਜਿਹੜਾ 80% ਸੀ ਤੇ ਕੁਰਬਾਨੀਆਂ 1.5% ਵੀ ਨਹੀਂ ਬਣਦੀਆਂ, ਤੇ ਜਿਨ੍ਹਾਂ ਦੇ ਹੱਕਾਂ ਨੂੰ ਮਾਰਿਆ ਜਾ ਰਿਹਾ ਸੀ ਉਹਨਾਂ ਦੀ ਜਨਸੰਖਿਆ 1.5% ਸੀ ਤੇ ਕੁਰਬਾਨੀਆਂ ਜਿਹੜੀਆਂ 80% ਤੋਂ ਉੱਪਰ ਸੀ। ਇਹ ਕੁਝ ਸਾਡੇ ਨਾਲ ਹੋਇਆ ਹੈ। ਇਸ ਕਰਕੇ ਜਿਹੜਾ ਸੀਗਾ ਇਸ ਗੀਤ ਦੀਆਂ ਜਿਹੜੀਆਂ ਸਤਰਾਂ ਨੇ ਉਹ ਸਾਨੂੰ ਟੁੰਬਦੀਆਂ ਨੇ। ਸੋ ਇਸ ਕਰਕੇ ਗੱਲ ਕੇਵਲ ਇਸ ਗੀਤ ਦੀ ਨਹੀਂ ਆ, ਗੱਲ ਤੇ ਇਹ ਹੈ ਕਿ ਜਿੰਨੇ ਵੀ ਮੁੱਦੇ ਉਭਾਰੇ ਗਏ ਨੇ ਉਹਨਾਂ ਮੁੱਦਿਆਂ ਦੇ ਬਾਰੇ ਨੌਜਵਾਨੀ ਦਾ, ਔਰ ਮੈਂ ਕਹਿੰਦਾ ਕਿ ਮੈਨੂੰ ਇੱਕ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਜਦੋਂ ਅਸੀਂ ਉਹਦੇ ਵਿੱਚ ਸੋਵਰਨਟੀ ਦੀ ਗੱਲ ਕਰਦੇ ਹਾਂ, ਉਹਦੇ ਨਾਲ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ, ਅੱਤ ਤੇ ਅੱਤਵਾਦੀ ਦੀ ਗੱਲ ਕਰਦੇ, ਤੇ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਇੱਕ ਵੱਡਾ ਸੰਘਰਸ਼ ਜਿਸ ਮਤੇ ਨੂੰ ਆਧਾਰ ਬਣਾ ਕੇ ਲੜਿਆ ਹੋਵੇ, ਅਸੀਂ ਉਸ ਮਤੇ ਦੇ ਰਾਹੀਂ ਲੋਕਾਂ 'ਚ ਜਾ ਕੇ ਜਨਤਕ ਤੌਰ ਤੇ ਅਜੇ ਤੱਕ ਇਹ ਨਹੀਂ ਦੱਸ ਸਕੇ ਕਿ ਇਸ ਸਭਾ ਦਾ ਸ਼ਿੰਗਾਰ ਸਾਡੇ ਹਿੰਦੂ ਭਰਾ ਵੀ ਹੋਣੇ ਚਾਹੀਦੇ। ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਜਿਹੜੀਆਂ ਮੰਗਾਂ ਨੇ, ਪੰਜਾਬ ਨੂੰ ਰੁਜ਼ਗਾਰ ਵੱਧ ਦਿੱਤਾ ਜਾਵੇ, ਉੱਥੇ ਪੰਜਾਬੀਆਂ ਦੀ ਗੱਲ ਹੈ, ਸਿੱਖਾਂ ਦੀ ਤਾਂ ਗੱਲ ਹੀ ਨਹੀਂ ਹੈਗੀ। ਵੀ ਉਹ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹਦੇ ਵਿੱਚ ਪੰਜਾਬ ਦਾ ਹਿੰਦੂ ਵੀ ਆਉਂਦਾ ਹੈ, ਪੰਜਾਬ ਦਾ ਮੁਸਲਮਾਨ ਵੀ ਆਉਂਦਾ ਹੈ, ਉਹ ਇਸ ਲਹਿਰ ਦਾ ਹਿੱਸਾ ਕਿਉਂ ਨਹੀਂ ਬਣ ਸਕਿਆ, ਇਹਦਾ ਵੀ ਇੱਕ ਮੁਲਾਂਕਣ ਕਰਨ ਦੀ ਸਾਨੂੰ ਬਹੁਤ ਲੋੜ ਹੈ। ਸੋ ਵਕਤ ਮੈਂ ਥੋੜਾ ਜਿਹਾ ਜ਼ਿਆਦਾ ਲੈ ਗਿਆ, ਖਿਮਾ ਦਾ ਜੱਜ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਸਤਿਕਾਰ ਨਾਲ ਬੈਠਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।